और देखिए आज़ादी को 75 साल हो गए हैं। अंग्रेज़ छोड़ के चले गए हमें कि चलो तुम ही संभालो अपना राजपाट, तुम ही करो जहाँ पे राज करते करते 75 साल हो गए हैं। एक पीढ़ी चली गई है जहाँ से। अब तो नहीं कह सकते कि हम आज़ादी के बाद जहाँ पर जन्म लिया लोगों ने, जन्म लेने के बाद अपने आगे आगे पीढ़ी उनकी बड़ी, बच्चे को बच्चे, बच्चों के बच्चे हुए, और आज हम देख रहे हैं कि जहाँ पर जो लोग हैं 75 साल के बाद, जहाँ पर डेवलपमेंट तो क्या होनी थी, जहाँ पर +2 करने के बाद 12वीं क्लास पास करने के बाद हर पेरेंट्स अपने बच्चों को उन्हीं अंग्रेज़ों के पास भेज रहा है। कहते जहाँ कोई सिस्टम नहीं है, जहाँ पर कोई सिक्योरिटी नहीं है, जहाँ पर कोई मेडिकल फैसिलिटी नहीं है, जहाँ तो कुछ नहीं है। अभी हमने हाल ही में देखा है कि लखीमपुर खीरी में एक किसान आंदोलन चल रहा है। सड़कें जाम की हैं किसानों ने, अपना रोना रो रहे हैं कि हमारे से जो सेंट्रल सरकार है उसने अन्याय किया है, हम पर वो कानून थोप रहे हैं जो पहले हमारे जो संविधान में नहीं लिखे गए थे। और उसके बाद ये बात है कि हमारी जो प्रॉपर्टी है अडानी और अंबानी जब्त कर लेंगे। जो पहले कोई लोन लेता था तो बैंक वाले ले जाते थे या फिर सुसाइड कर लेते थे किसान, जब उनके पास जो लोन का पैसा देने के लिए नहीं होता था। तो जागो मोहन प्यारे, जागो, सुन रहे हो ना? अब मैं बातें कर रहा हूँ, सुन रहा हूँ, बड़े ध्यान से सुनो, क्योंकि आपकी आंखें नीचे थी। मैंने सोचा कि आप कहीं दुनिया दूसरी हो गए, जहाँ इंग्लैंड ही चले गए हो आप अंग्रेजों के पास। जी गल पता की है, बड़े दुख दी गल आ कि 600-700 बंदा जिहड़ा शहीद हो चुकिया वा। आ जिहड़ी लखीमपुर वाली घटना वा, ये तो इंसानियत नूं शर्मसार करने वाली गल आ। ਜਿਹੜੇ ਬੰਦੇ ਦੇ ਇਲਜ਼ਾਮ ਲੱਗ ਰਿਹਾ ਕਿ ਉਹਨਾਂ ਨੇ ਗੱਡੀ ਥੱਲੇ ਬੰਦੇ ਰੋਂਦੇ ਆ, ਵੀਡੀਓ ਸਾਫ਼ ਆਈ ਆ, ਪਿੱਠ ਤੇ ਵਾਰ ਕੀਤਾ ਯਾਰ। ਸਟੇਜ ਤੇ ਖੜ ਕੇ ਕਹਿੰਦਾ ਸੀਗਾ ਕਿ ਜੇ ਮੈਂ ਆਪਣੀ ਗੱਡੀ ਚੋਂ ਬਾਹਰ ਨਿਕਲ ਗਿਆ, ਸਟੇਜ ਤੋਂ ਉਤਰ ਗਿਆ ਤੇ ਇਹਨਾਂ ਨੂੰ ਭੱਜਣ ਨੂੰ ਥਾਂ ਨਹੀਂ ਮਿਲਣਾ। ਉਹ ਬੰਦੇ ਨੇ ਪਿੱਠ ਤੇ ਵਾਰ ਕੀਤਾ, ਬਜ਼ੁਰਗਾਂ ਨੂੰ, ਮਤਲਬ ਅਧੇੜ ਉਮਰ ਦੇ ਬੱਚਿਆਂ ਨੂੰ ਉਹਨੇ ਗੱਡੀ ਥੱਲੇ ਦਿੱਤਾ। ਹੁਣ ਗੱਲ ਕੀ ਆ, ਸੁਪਰੀਮ ਕੋਰਟ ਦੇ ਵਿੱਚ ਯਾਚਕਾ ਗਈ ਹੋਈ ਆ। ਉਹ ਜਿਹਨੂੰ ਕਿਸਾਨ ਦੇ ਜਿਹੜੇ ਮਹਾਪੰਚਾਇਤ ਉੱਥੇ ਗਈ ਆ, ਉਹਨੂੰ ਕਹਿੰਦੇ ਇੱਕ ਪਾਸੇ ਤੁਸੀਂ ਰਾਹ ਰੋਕੇ ਹੋਏ, ਇੱਕ ਪਾਸੇ ਤੁਸੀਂ ਕਹਿੰਦੇ ਜੰਤਰ ਮੰਤਰ ਦੇ ਵਿੱਚ ਸਾਨੂੰ ਆਉਣ ਦੀ ਬੈਠੇ ਆ। ਜੰਤਰ ਮੰਤਰ 200 ਬੰਦੇ ਬੈਠੇ ਆ। ਇੱਕ ਪਾਸੇ ਨਹੀਂ ਉਹਨਾਂ ਨੇ ਪਰਮਿਸ਼ਨ ਮੰਗੀ ਸੀ। ਅੱਛਾ। ਇੱਕ ਤੁਸੀਂ ਸੁਪਰੀਮ ਕੋਰਟ ਦੇ ਵਿੱਚ ਆਪਣੀ ਉਹ ਕੀ ਕਹਿੰਦੇ ਰਾਜਸਥਾਨ ਹਾਈ ਕੋਰਟ ਦੇ ਵਿੱਚ ਦਾਇਰ ਕੀਤੀ ਹੋਈ ਆ ਕਿ ਕਾਨੂੰਨ ਰੱਦ ਕਰੋ। ਉਹਨਾਂ ਨੇ ਐਫੀਡੇਵਿਟ ਦਿੱਤਾ ਕਿ ਅਸੀਂ ਤਾਂ ਰੋਡ ਹੀ ਨਹੀਂ ਬਲੌਕ ਕੀਤੀ। ਅਸਲ ਗੱਲ ਕੀ ਆ, ਰੋਡ ਤਾਂ ਬਲੌਕ ਕੀਤੀ ਆ ਪੁਲਿਸ ਨੇ ਸਰਕਾਰ ਦੇ ਕਹਿਣ ਤੇ। ਕਿਸਾਨ ਤਾਂ 25-26 ਨੂੰ ਜਾ ਕੇ ਪ੍ਰੋਟੈਸਟ ਕਰਕੇ ਵਾਪਸ ਆਉਣਾ ਸੀਗਾ। ਇਹਨਾਂ ਨੂੰ ਰੋਕਿਆ ਕਿਹਨੇ? ਰਾਹ ਕਿਹਨੇ ਪੱਟੇ? ਰਾਹ ਤਾਂ ਇਹਨਾਂ ਨੇ ਬੰਦ ਕੀਤੇ ਹੋਏ ਆ। ਹੁਣ ਗੱਲ ਆ, ਕਿਸਾਨ ਸ਼ਾਂਤੀ ਨਾਲ ਬੈਠੇ ਆ, ਪੁਲਿਸ ਨੂੰ ਜਵਾਬ ਨਹੀਂ ਮਿਲਦਾ। ਇਹਨਾਂ ਨੇ ਹੁਣ ਸਟੇਟ ਨੇ ਚੱਕ ਕੇ ਐਪਲੀਕੇਸ਼ਨ ਪਾ ਕੇ ਸਾਰੀ ਜਥੇਬੰਦੀਆਂ ਨੂੰ ਕੋਰਟ ਦੇ ਵਿੱਚ ਪਾਰਟੀ ਬਣਾਉਣ ਦੀ ਅਰਜ਼ੀ ਦਿੱਤੀ। ਅੱਛਾ, ਜਿਹੜਾ ਹੁਣ ਕਹਿੰਦੇ 45 ਲੱਖ, ਇਹ 45 ਲੱਖ ਸਰਕਾਰ ਕਿੱਥੋਂ ਲੈ ਗਿਆ? ਇਹ 45 ਲੱਖ ਜਿਹੜਾ ਹੈਗਾ ਵਾ, ਇਹ ਅੰਡਰ ਪ੍ਰੈਸ਼ਰ ਹੋ ਗਏ ਆ। ਕਿਉਂਕਿ ਜੇ ਤੁਸੀਂ ਜਿਹੜੀ ਅੰਦੋਲਨਕਾਰੀ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਆ, ਜੇ ਤੁਸੀਂ ਇਹਨਾਂ ਨੂੰ ਇੰਨਾ ਮੁਆਵਜ਼ਾ ਦਿਓਗੇ ਤਾਂ ਜਿਹੜੇ ਹੋਰ ਬਾਕੀ ਜਿਹੜੇ ਉੱਥੇ ਪ੍ਰੋਟੈਸਟ ਕਰ ਰਹੇ ਆ ਉਹਨਾਂ ਨੂੰ ਕੀ ਹੌਸਲਾ ਨਹੀਂ ਮਿਲੂਗਾ? ਹਾਂ, ਹੌਸਲਾ। ਕੱਲ ਨੂੰ ਸਾਡੀ ਜਾਨ ਚਲੇਗੀ, 45 ਲੱਖ ਸਾਨੂੰ ਸਰਕਾਰ ਦੇ ਦੂਗੀ। ਬਿਲਕੁਲ, ਨੌਕਰੀ ਵੀ ਨਾਲ ਮਿਲੂਗੀ। ਹਾਂ, ਤਾਂ ਇਸ ਕਰਕੇ ਜੋ ਸਾਰਾ ਫਰੇਮਵਰਕ ਦਿਖ ਰਿਹਾ ਵਾ, ਇਹਦੇ ਵਿੱਚ ਹੁਣ ਸਰਕਾਰ ਤੇ ਕਿਸਾਨਾਂ ਦੇ ਵਿੱਚ ਕਿਤੇ ਨਾ ਕਿਤੇ ਕੋਈ ਨਾ ਕੋਈ ਸਹਿਮਤੀ ਵਾਲੇ ਪਾਸੇ ਗੱਲ ਚੱਲਦੀ ਜਾ ਰਹੀ ਆ। ਲੇਕਿਨ ਦੋਨੋਂ ਇੱਕ ਐਸੀ ਪਾਸੇ ਜਾ ਰਹੇ ਨੇ ਜਿਹਦੇ ਵਿੱਚ ਨਾ ਉਹਦੀ ਬੇਇੱਜ਼ਤੀ ਉਹਨੂੰ ਮਹਿਸੂਸ ਹੋਵੇ, ਨਾ ਇਹਨਾਂ ਨੂੰ ਬੇਇੱਜ਼ਤੀ ਮਹਿਸੂਸ ਹੋਵੇ। ਦੋਨੋਂ ਇੱਧਰੋਂ ਦੀ ਸਰਕਾਰ ਕਿਸਾਨਾਂ ਨੂੰ ਖਿੱਚਣ ਨੂੰ ਲੱਗੀ ਆ, ਕਿਸਾਨ ਆਪਣੀ ਗੱਲ ਮਨਾਉਣ ਨੂੰ ਲੱਗਿਆ। ਇਹ ਸਾਰੀ ਜਿਹੜੀ ਗੱਲ ਹੈਗੀ ਆ, ਇਹਦੇ ਪਿੱਛੇ 3 ਕਾਨੂੰਨ ਨੇ। ਤੁਸੀਂ ਕਾਨੂੰਨ ਦੇ ਬਾਰੇ ਦੱਸੋ, ਕੀ ਖੇਤੀ ਕਾਨੂੰਨ ਆਮ ਲੋਕਾਂ ਨੂੰ ਸਿੰਪਲ ਲੈਂਗੁਏਜ ਦੇ ਵਿੱਚ? ਦੇਖੋ, ਜੋ ਮੇਰੀ ਸਮਝ ਆ ਉਹਦੇ ਬਾਰੇ ਮੈਂ ਤੁਹਾਨੂੰ ਕੱਲੀ ਚੀਜ਼ ਦੱਸੂਗਾ। ਜਿਹੜੇ ਕਾਨੂੰਨ ਨੇ ਉਹ ਨੈੱਟ ਦੇ ਉੱਤੇ ਪਏ ਨੇ, ਇਹਨਾਂ ਦਾ ਨਾਮ ਭਰ ਲਓ, ਇਹਨਾਂ ਦਾ ਤੁਸੀਂ ਪ੍ਰਿੰਟ ਆਊਟ ਕੱਢ ਲਓ। ਮੈਨੂੰ 1 ਸਾਲ ਹੋ ਗਿਆ, ਅੱਜ ਤੱਕ ਕਿਸੇ ਨੇ ਵੀ ਐਂ ਕੱਢ ਕੇ ਦਿਖਾਇਆ ਹੋਵੇ ਕਿ ਆਹ ਕਾਨੂੰਨ ਨੇ ਜੀ, ਇਹਦੇ 'ਚ ਚੰਗੀ ਗੱਲ ਆ, ਬਸ ਕਾਨੂੰਨ ਬਣ ਗਏ ਜੀ, ਬੜੇ ਵਧੀਆ ਨੇ, ਸਰਕਾਰ ਨੇ ਚੰਗਾ ਕੀਤਾ। ਜਾਂ ਦੂਜੇ ਪਾਸੇ ਕਿਸਾਨ, ਆਹ ਕਾਨੂੰਨ ਨੇ ਜੀ, ਗਲਤ ਗੱਲ ਆ, ਇਹਦੇ 'ਚ 3 ਗੱਲਾਂ ਕੀ ਨੇ, ਤੁਹਾਡੇ ਖੇਤੀ ਖੁੱਸ ਜੂਗੀ, ਜ਼ਮੀਨ ਚਲੇ ਜਾਊਗੀ, ਤੁਹਾਡੇ ਤੇ 5 ਲੱਖ ਜੁਰਮਾਨਾ ਲੱਗ ਜਾਊਗਾ। ਅੱਜ ਆਪਾਂ ਬੈਠ ਕੇ ਇਹਦੇ ਉੱਤੇ ਗੱਲ ਕਰਾਂਗੇ। ਸ਼੍ਰੀਪਾਲ ਜੀ, ਤੁਸੀਂ ਦੂਜੇ ਪੱਖ 'ਚ ਹੋ ਜਾਓ, ਮੈਂ ਇੱਧਰ ਹੋ ਜਾਊਂਗਾ, ਵਿੱਚ ਕਾਨੂੰਨ ਪਏ ਨੇ, ਇਹਦੇ 'ਚ ਕਿਹੜੀ ਗੱਲ ਸਹੀ ਆ ਕਿਹੜੀ ਗੱਲ ਗਲਤ ਆ, ਆਪਾਂ ਉਹਨੂੰ ਉਸ ਹਿਸਾਬ ਨਾਲ ਲੈ ਲਾਂਗੇ। ਠੀਕ ਹੈ ਜੀ। ਸਭ ਤੋਂ ਪਹਿਲਾਂ ਜਿਹੜਾ ਹੈਗਾ ਵਾ ਉਹ ਹੈਗਾ ਫਾਰਮਰਸ ਇੰਪਾਵਰਮੈਂਟ ਐਂਡ ਪ੍ਰੋਟੈਕਸ਼ਨ ਐਗਰੀਮੈਂਟ ਔਨ ਪ੍ਰਾਈਸ ਅਸ਼ੋਰੈਂਸ ਐਂਡ ਫਾਰਮ ਸਰਵਿਸ ਐਕਟ।
ਇਹਦਾ ਮਤਲਬ ਕੀ ਆ ਕਿ ਇਹਦੇ ਅੰਦਰ ਕੀ ਆ? ਸਭ ਤੋਂ ਪਹਿਲਾਂ ਕਿਸਾਨ, ਉਹਦੇ ਨਾਲ ਕੀ ਜੁੜਦੀ ਹੈ? ਇੰਪਾਵਰਮੈਂਟ, ਮਤਲਬ ਉਹਨੂੰ ਉਹਦੇ ਪੈਰਾਂ ਤੇ ਖੜਾ ਕਰਨਾ, ਉਹਨੂੰ यानी कि अब सरकार वालों सहायता होगी या कंपनी वालों सहायता होगी जहाँ? ਐਵੇਂ हाँ, नहीं कि ऐसा माहौल बनाना कि अपने पैरों ते खड़ सके। खड़ सके। ठीक है। फिर ਇਹਦੇ ਚ ਲਿਖਿਆ ਪ੍ਰੋਟੈਕਸ਼ਨ, ਕਿ ਬਈ ਆਪਣੇ ਪੈਰ ਤੇ ਖੜਨ ਕਰਕੇ ਉਹਨੂੰ ਉਸ ਵਾਸਤੇ ਪ੍ਰੋਟੈਕਸ਼ਨ ਵੀ ਦਿੱਤੀ ਜਾਊਗੀ। ठीक है। ਉਹ ਇਹਦੇ ਥਰੂ ਦਿੱਤੀ ਜਾਊਗੀ। ਫਿਰ ਕੀ ਲਿਖਿਆ? ਐਗਰੀਮੈਂਟ ਔਨ ਪ੍ਰਾਈਸ ਅਸ਼ੋਰੈਂਸ, ਐਗਰੀਮੈਂਟ ਔਨ ਪ੍ਰਾਈਸ ਇੰਸ਼ੋਰੈਂਸ, ਦੈਟ ਮੀਨਸ ਕਿ ਐਮਐਸਪੀ ਦਾ ਪ੍ਰਾਈਸ ਇੰਸ਼ੋਰੈਂਸ ਹੀ ਆ। ਹਾਂਜੀ, ਜੇ ਹਾਂਜੀ। ਤੁਸੀਂ ਆ ਸਬਜ਼ੀਆਂ ਜਾਂ ਜਿੰਸ ਬਣਾਓਗੇ ਤੇ ਅਸੀਂ ਤੁਹਾਨੂੰ ਇੰਨੇ ਪੈਸੇ ਦੇਵਾਂਗੇ। ਹਾਂਜੀ। ਤਾਂ ਇਹ 'ਚ ਲਿਖਿਆ ਐਗਰੀਮੈਂਟ ਔਨ ਪ੍ਰਾਈਸ ਅਸ਼ੋਰੈਂਸ ਐਂਡ ਫਾਰਮ ਸਰਵਿਸ ਐਕਟ। ਫਾਰਮ ਸਰਵਿਸ ਐਕਟ ਦਾ ਮਤਲਬ ਕੀ ਹੈ? ਦੱਸੋ ਥੋੜਾ ਜਿਹਾ ਇਹਦੇ ਬਾਰੇ। ਫਾਰਮ ਸਰਵਿਸ ਦਾ ਮਤਲਬ ਇਹ ਫਾਰਮ ਕੰਮ ਕਰਦੇ ਕਿ ਫਾਰਮਾਂ ਦੇ ਵਿੱਚ ਜਿਹੜੀ ਸਰਵਿਸ ਪ੍ਰੋਵਾਈਡ ਕਰਨੀ ਹੈ, ਹਾਂਜੀ ਹਾਂਜੀ, ਉਹਦੇ ਪ੍ਰਤੀ। ਤਾਂ ਇਹਦੇ ਕਰਕੇ ਕੀ ਆ? ਇੰਪਾਵਰਮੈਂਟ ਆ, ਪ੍ਰੋਟੈਕਸ਼ਨ ਆ, ਪ੍ਰਾਈਜ਼ ਆ, ਪਲੱਸ ਸਰਵਿਸ ਆ, ਚਾਰ ਚੀਜ਼ਾਂ। ਚਾਰ ਚੀਜ਼ਾਂ ਹੋ ਗਈਆਂ। ਜਾਨੀ ਕਹਿਣ ਦਾ ਮਤਲਬ ਜਿਹੜੀ ਕਣਕ ਵਗੈਰਾ ਉਗਾਈ ਆ ਜੇ ਉਹ ਚ ਨੁਕਸਾਨ ਹੁੰਦਾ ਵਾ। ਨਹੀਂ ਹਾਂਜੀ ਸ਼੍ਰੀਪਾਲ ਜੀ, ਹਾਂਜੀ ਆ ਬਿਲਡਿੰਗ ਆ, ਹਾਂਜੀ ਆ ਬਿਲਡਿੰਗ ਦੇ ਵਿੱਚ ਵਕੀਲ ਵੀ ਬੈਠੇ ਆ, ਹਾਂਜੀ ਇਸ ਬਿਲਡਿੰਗ ਦੇ ਵਿੱਚ ਜੱਜ ਵੀ ਬੈਠੇ ਆ, ਹਾਂਜੀ। ਇਸ ਬਿਲਡਿੰਗ ਦੇ ਵਿੱਚ ਕੈਂਟੀਨਾਂ ਵੀ ਖੁੱਲੀਆਂ, ਹਾਂਜੀ। ਇਸ ਕੈਂਟੀਨ ਦੇ ਵਿੱਚ ਕੀ ਕਹਿੰਦੇ ਆ, ਮਾਲਖਾਨਾ ਵੀ ਆ। ਹਾਂਜੀ। ਇਹ ਜਿਹੜਾ ਐਕਟ ਆ, ਇਹ ਜਿਹੜਾ ਬਿਲਡਿੰਗ ਦਾ ਢਾਂਚਾ ਵਾ ਉਹ ਆ ਅੱਛਾ, ਕਿ ਇਹਦੇ ਵਿੱਚ ਜਿਹੜੀ ਚੀਜ਼ ਉਹਨੂੰ ਪ੍ਰੋਟੈਕਸ਼ਨ ਮਿਲੂਗੀ। ਹੁਣ ਕੱਲ ਨੂੰ ਕੋਈ ਭੁੱਕਾ ਮਾਰ ਜਾਵੇ, ਆਪਣੀ ਬਿਲਡਿੰਗ ਨਹੀਂ ਡਿੱਗਣ ਲੱਗੀ, ਹਾਂ ਕਿਤੇ ਅੱਗ ਲੱਗ ਜਾਵੇ ਜਾਂ ਕੁਝ ਹੋ ਜਾਵੇ, ਪ੍ਰੋਟੈਕਸ਼ਨ ਹੈਗੀ ਆ ਨਾ, ਹਾਂਜੀ ਹਾਂਜੀ ਉਹ ਇਹਦੇ ਵਿੱਚ ਆ। ਪਲੱਸ ਡਿਗਨਿਟੀ, ਕਿ ਹਾਂਜੀ। ਵਕੀਲ ਕੋਲੇ ਇੱਕ ਜਗ੍ਹਾ ਵਾਏ ਨਹੀਂ ਕਿ ਬਾਹਰ ਖੋਖੇ ਤੇ ਬੈਠਾ ਜਦੋਂ ਮਰਜ਼ੀ ਸਰਕਾਰ ਆਵੇ ਤੇ ਧੱਕੇ ਨਾਲ ਕੀ ਕਹਿੰਦਾ ਖੋਖਾ ਚੱਕ ਦੇਵੇ, ਹਾਂ। ਕਦੇ ਕੁਛ ਚੱਕ ਦੇਵੇ। ਇੱਥੇ ਆਪਣੇ ਮਾਲਕੀਅਤ ਤਾਂ ਹੈ ਹੱਕ ਆ, ਹਾਂਜੀ। ਹੁਣ ਇਹਦੇ 'ਚ ਕੀ ਲਿਖਿਆ? ਕੋਈ ਵੀ ਐਕਟ ਜਦੋਂ ਪਾਸ ਹੁੰਦਾ ਵਾ ਉਹ ਤੋਂ ਪਹਿਲਾਂ ਦੱਸਿਆ ਜਾਂਦਾ ਵਾ ਕਿ ਜਿਹੜਾ ਐਕਟ ਆ ਕਿਉਂ ਪਾਸ ਕੀਤਾ ਜਾਂਦਾ। ਦੱਸੋ ਜੀ ਇਹਦੀ ਇਹਦੇ ਬਾਰੇ। ਨਿਯਮ ਕੀ ਆ? ਇਹਦੇ ਵਿੱਚ ਲਿਖਿਆ ਵਾ ਕਿ ਇੱਕ ਨੈਸ਼ਨਲ ਫਰੇਮਵਰਕ, ਪੂਰਾ ਮਤਲਬ ਭਾਰਤੀ ਸਤਰ ਤੇ, ਪੂਰੇ ਦੇਸ਼ ਦੇ ਸਤਰ ਤੇ ਖੇਤੀਬਾੜੀ ਨੂੰ ਐਗਰੀਮੈਂਟ ਰਾਹੀਂ ਬਚਾਉਣ ਵਾਸਤੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਇੰਨੀ ਛੂਟ ਮਿਲੇ ਕਿ ਉਹ ਐਗਰੀਕਲਚਰ ਬਿਜ਼ਨਸ ਜਿਹੜੇ ਪ੍ਰੋਸੈਸ ਕਰਦੇ ਆ, ਜਿਹੜੇ ਹੋਲਸੇਲਰ ਨੇ, ਐਕਸਪੋਰਟਰ ਜਾਂ ਲਾਰਜ ਰਿਟੇਲਰ ਆ ਜਿਹੜੇ ਆ ਖੇਤੀਬਾੜੀ ਦਾ ਕੰਮ ਕਰਦੇ, ਖੇਤੀਬਾੜੀ ਰਿਟੇਲਰ ਜਿਹੜੇ ਆ ਖਾਣ ਪੀਣ ਦੇ ਉਹਦੇ ਚ ਡੀਲ ਕਰਦੇ ਆ, ਹਾਂਜੀ। ਤੇ ਫਿਊਚਰ ਦੇ ਵਿੱਚ ਜਿਹੜਾ ਸੇਲ ਹੋਊਗੀ ਉਹਨੂੰ ਆਪਸੀ ਤੈਅ ਕੀਤੇ ਹੋਏ ਪਹਿਲੇ ਹੀ ਪ੍ਰਾਈਸ ਦੇ ਉੱਤੇ ਸੇਲ ਕਰਨਗੇ। ਯਾਨੀ ਕਿ ਹੈ ਤਾਂ ਗੱਲ ਉਹੀ ਜਿਹੜੀ ਜਿੰਸ ਆ ਉਹ ਇੱਕ ਪ੍ਰਾਈਸ ਤੇ ਵਿਕੂਗੀ, ਹਾਂਜੀ। ਤੇ ਉਹ ਪ੍ਰਾਈਸ ਨੂੰ ਪ੍ਰੋਟੈਕਟ ਕਰਨ ਵਾਸਤੇ ਉਹਦੇ ਅੱਗੇ ਪਿੱਛੇ ਸਾਰਾ ਸਰਜਿਆ ਗਿਆ ਵਾ। ਜਿਵੇਂ ਤੁਸੀਂ ਕਣਕ ਲਾ ਲਓ, ਹਾਂਜੀ ਹਾਂਜੀ ਕਣਕ ਨੂੰ ਕਹਿੰਦੇ 1950 ਰੁਪਏ ਖਰੀਦਾਂਗੇ, ਹਾਂਜੀ। ਤਾਂ 1950 ਰੁਪਏ ਦੇ ਵਿੱਚ ਉਹ ਜ਼ਿਮੀਂਦਾਰ ਨੇ ਦੇਖਣਾ ਕਿ 1900 ਮੇਰੀ 22-23 ਕੁਇੰਟਲ ਕਣਕ ਨਿਕਲਦੀ ਆ, ਇੰਨੇ ਮੇਰੇ ਪੈਸੇ ਬਣਦੇ ਕਿ ਮੈਨੂੰ ਚ ਕੁਝ ਖਾਣ ਪੀਣ ਨੂੰ ਹੈਗਾ ਕਿ ਨਹੀਂ। ਉਹਦੇ ਬੇਸ ਦੇ ਵਿੱਚ ਹੀ ਉਹਨੇ ਘਰ ਦੀ ਉਹ ਆਪਣੀ ਬਜਟ ਵੀ ਸੈੱਟ ਕਰਨੀ ਆ, ਉਹਦੇ ਵਿੱਚ ਹੀ ਆਪਣੇ ਬੈਂਕ ਲੋਨ ਵੀ ਸੈੱਟ ਕਰਨੇ, ਉਹਦੇ ਅੰਦਰ ਹੀ ਸਭ ਕੁਝ ਸੈੱਟ ਕਰਨਾ। ਕਣਕ ਤਾਂ ਉਨੀ ਹੋਣੀ ਹੈ 2 ਕਿੱਲੇ 4 ਕਿੱਲੇ। ਮਤਲਬ ਆਵਾ ਕਿ ਉਹਨੂੰ ਪਤਾ ਮੇਰੀ ਇੰਨੀ ਦੀ ਕਣਕ ਵਿਕਣੀ ਹੈ, ਇੰਨੀ ਮੇਰੀ ਕਣਕ ਹੋਣੀ, ਹਾਂ ਇੰਨੇ ਪੈਸੇ ਉਹਦੇ ਹਿਸਾਬ ਨਾਲ ਉਹਨੇ ਸਾਰਾ ਕੁਝ ਆਪਣਾ ਸੈੱਟ ਕਰਨਾ ਹੈ। ਠੀਕ ਹੈ ਜੀ। ਹੁਣ ਇਹਦੇ ਵਿੱਚ ਆਪਾਂ ਆ ਜਾਈਏ, ਇਹ ਉੱਤੋਂ ਦੀ ਪੜਨ ਨੂੰ ਬੜਾ ਵਧੀਆ ਲਾਅ ਲੱਗਦਾ ਵਾ, ਸੁਣਨ ਨੂੰ ਬੜਾ ਚੰਗਾ ਲੱਗਦਾ ਵਾ ਕਿ ਦੇਖੋ ਆਪਕੋ ਅਸ਼ੋਰਡ ਪ੍ਰਾइस तो मिल रहा है, ਹਾਂਜੀ, लेकिन इस पूरे ਦੇ ਵਿੱਚ ਅਸ਼ੋਰਡ ਪ੍ਰਾइस ਕਿਤੇ ਨਹੀਂ ਲਿਖਿਆ। ਹਾਂਜੀ ਠੀਕ ਹੈ। ਇਹਦੇ ਅੰਦਰ ਸਭ ਤੋਂ ਪਹਿਲੀ ਸ਼ਾਰਟ ਕਮਿੰਗ ਕੀ ਹੈ? ਇਹਦਾ ਸੈਕਸ਼ਨ 3 ਹੈਗਾ ਵਾ, ਉਹਦੇ ਅੰਦਰ ਸੈਕਸ਼ਨ 4 ਆ। ਪਹਿਲਾਂ ਤਾਂ ਡੈਫੀਨੇਸ਼ਨਾਂ ਵਗੈਰਾ ਆ ਜਾਂਦੀਆਂ ਨੇ। ਇਹਦੇ ਵਿੱਚ ਲਿਖਿਆ ਵਾ for the purpose of facilitating farmers to enter into written farming agreements, the central government may issue necessary guidelines along with model farming agreements in such manner as it deems fit. ਇਹਦਾ ਮਤਲਬ ਪਤਾ ਕੀ ਹੈ? ਹਾਂਜੀ, ਅਸੀਂ ਸਕੂਲ ਬਣਾਉਣ ਜਾ ਰਹੇ, ਹਾਂਜੀ, ਬੜਾ ਸੋਹਣਾ ਸਕੂਲ ਆ, ਵਰਲਡ ਕਲਾਸ ਫੈਸਿਲਿਟੀ ਹੋਊਗੀ, ਸਭ ਕੁਝ ਹੋਊਗਾ, ਤੁਸੀਂ ਐਵੇਂ ਕਰੋ ਆਪਣੇ ਬੱਚੇ ਦੀ ਐਡਮਿਸ਼ਨ ਕਰਾਓ, ਸਿਲੇਬਸ ਬਾਅਦ ਦੱਸਾਂਗੇ। ਅੱਛਾ ਅੱਛਾ, ਸਿਲੇਬਸ ਨਹੀਂ ਦੱਸਣਾ ਹੈਗਾ ਵੀ ਕੀ ਪੜਾਵਾਂਗੇ ਬੱਚੇ ਨੂੰ। ਸੈਂਟਰਲ ਗਵਰਨਮੈਂਟ ਗਾਈਡਲਾਈਨ ਦਊਗੀ ਤੇ ਜਿਹੜਾ ਐਗਰੀਮੈਂਟ ਹੋਊਗਾ ਉਹਦੀ ਕੀ ਸ਼ਕਲ ਸੂਰਤ ਹੋਣੀ ਚਾਹੀਦੀ ਆ ਉਹ ਵੀ ਸੈਂਟਰਲ ਗਵਰਨਮੈਂਟ ਦੱਸੂਗੀ। ਕਦੋਂ ਦੱਸੂਗੀ ਪਤਾ ਹੀ ਨਹੀਂ। ਇਹ ਕਨਫਿਊਜ਼ਨ ਆ ਥੋੜੀ ਜਿਹੀ ਬੱਚੇ ਨਹੀਂ, ਕਦੋਂ ਦੱਸੂਗੀ ਪਤਾ ਹੀ ਨਹੀਂ। ਹਾਂਜੀ ਹਾਂਜੀ ਹਾਂਜੀ। ਕਿਉਂ ਬਈ? ਤੁਹਾਨੂੰ ਮੈਂ ਅੱਗੇ ਵੀ ਚੱਲਦਾ, ਠੀਕ ਹੈ। ਫਿਰ ਇਹਦੇ ਚ ਸੈਕਸ਼ਨ 12 ਵਾ, ਹਾਂਜੀ, ਕਿ ਉਹ ਦੱਸਣਗੇ ਕਿ ਜਿਹੜਾ ਮਾਡਲ ਐਗਰੀਮੈਂਟ ਆ ਉਹ ਕਿਵੇਂ ਹੋਊਗਾ। ਜਿਹੜਾ ਸੈਕਸ਼ਨ 12 ਵਾ ਉਹ ਕਹਿੰਦੇ the state government may notify a registering authority to provide for electronic registry
for that state that provides facilitative framework for registering of farming agreement। ਜਿਵੇਂ ਆਪਣੀ ਰਜਿਸਟਰੀ ਹੁੰਦੀ ਹੈ ਸੇਲ ਡੀਡਾਂ ਦੀ, ਹਾਂਜੀ ਹਾਂਜੀ ਉਹਦੇ ਵਾਸਤੇ ਕਿੱਥੇ ਰਜਿਸਟ੍ਰੇਸ਼ਨ ਹੋਊਗੀ ਇਸ ਐਗਰੀਮੈਂਟ ਦੀ, ਜੋ ਸੈਂਟਰ ਪਤਾ ਨਹੀਂ ਕਦੋਂ ਦਊਗੀ, ਉਹ ਸਟੇਟ ਕਰੂਗੀ। ਸਟੇਟ ਜਾਣੀ ਕਿ ਹਾਂ, ਮਤਲਬ ਐਗਰੀਮੈਂਟ ਦੀ ਕਾਪੀ ਸੈਂਟਰ ਦਊਗੀ, ਹਾਂਜੀ ਰਜਿਸਟਰੀ ਸਟੇਟ ਕਰਾਊਗੀ। ਠੀਕ ਹੈ। ਉਹ ਕਦੋਂ ਦਊਗੀ ਕੋਈ ਪਤਾ ਨਹੀਂ, ਤੇ ਇਹਨਾਂ ਦਾ ਫਿਰ ਰੱਬੀ ਰੱਖਾ। ਠੀਕ ਹੈ ਜੀ। ਫਿਰ ਤੁਸੀਂ ਇਹਦੇ ਅੰਦਰ ਆ ਜਾਓ ਕਿ ਮਤਲਬ ਅੰਦਰ ਸਾਰਾ ਕੁਝ ਬੜਾ ਵਧੀਆ ਲਿਖਿਆ, ਲੇਕਿਨ ਆਹ ਜਿਹੜੀ ਦੋ ਤਿੰਨ ਚੀਜ਼ਾਂ ਨੇ ਸਾਰਾ ਮਤਲਬ ਇਹ ਕਿ ਸਕੂਲ ਬੜਾ ਸੋਹਣਾ ਵਾ, ਸ਼ਕਲ ਸੂਰਤ ਬੜੀ ਸੋਹਣੀ ਆ, ਲੇਕਿਨ ਉਹਦਾ ਕੋਈ ਸਿਲੇਬਸ ਹੀ ਹੈ। 2000 ਕੁੰਡੀਆਂ ਵਿੱਚ ਜਿਹੜੀਆਂ ਇਦਾਂ ਦੀਆਂ ਮੈਂ ਕਹਿੰਦਾ ਤੁਸੀਂ ਅਜੇ ਸਕੂਲ 'ਚ ਬੱਚਾ ਭੇਜੋਗੇ, ਇਹਦਾ ਸਿਲੇਬਸ ਹੀ ਹੈ ਨਹੀਂ। ਬੱਚਾ ਕਿੱਥੇ ਭੇਜਣਗੇ? ਤੁਸੀਂ ਭੇਜੋਗੇ ਫਿਰ ਇਹ ਜਿਹੜੀਆਂ ਚੀਜ਼ਾਂ ਨੇ ਤੇ ਫਿਰ ਇਹ ਤੇ ਕਲੀਅਰ ਕਿਉਂ ਨਹੀਂ ਹੋਈਆਂ? ਸਾਲ ਹੋ ਚੱਲਾ ਹੁਣ ਤਾਂ। ਬਸ ਇਹੀ ਤਾਂ ਗੱਲ ਆ। ਉਹ ਕਈ ਵਾਰ ਤਾਂ ਸੱਦਦੇ ਹੈਗੇ ਵੀ ਤੁਸੀਂ ਆ ਜਾਓ ਮੀਟਿੰਗ ਕਰ ਲਓ ਸੈਂਟਰ। ਹੁਣ ਆਹ ਦੇਖ ਲਓ ਸੈਕਸ਼ਨ 15 ਦੇ ਵਿੱਚ। ਹਾਂਜੀ। ਹੁਣ ਸੈਕਸ਼ਨ 15 ਦੇ ਵਿੱਚ ਕੀ ਲਿਖਿਆ ਵਾ? ਸੈਕਸ਼ਨ 15(9) ਨਹੀਂ, ਸੈਕਸ਼ਨ 14(9) ਦੱਸੋ ਤਾਂ ਕੀ ਇਹਦੇ ਵਿੱਚ ਲਿਖਿਆ ਕਿ ਜੇ ਕੋਈ ਐਗਰੀਮੈਂਟ ਹੈਗਾ, ਸੈਕਸ਼ਨ 14 ਕਹਿੰਦਾ ਕਿ ਜਿੱਥੇ ਕੋਈ ਰੌਲਾ ਪੈ ਜਾਵੇ ਐਗਰੀਮੈਂਟ ਨੂੰ ਲੈ ਕੇ, ਹਾਂਜੀ, ਉਹਨੂੰ ਕਿਵੇਂ ਸੋਲਵ ਕਰਨਾ। ਕਹਿੰਦਾ ਜੇ ਆਪਸੀ ਬੈਠ ਕੇ ਸੋਲਵ ਨਾ ਹੋਵੇ, ਹਾਂਜੀ, ਇਹਦੇ ਚ ਲਿਖਿਆ ਕਿ the manner and procedure for filing a petition or an application before the SDM and an appeal before the appellate authority shall be such as may be prescribed by the central government। SDM ਹੀ ਕਰੂ? ਉਹ ਨਹੀਂ, ਉਹ ਕਹਿੰਦੇ ਕਿ ਜਿਹੜੇ ਦੇ ਕੋਲ ਅਪੀਲ ਪਾਣੀ ਹੁੰਦੀ, ਜਿਹੜੀ ਸ਼ਕਲੋ ਸੂਰਤ ਉਹ ਵੀ ਸੈਂਟਰਲ ਗਵਰਨਮੈਂਟ ਦੱਸੂਗੀ। ਅੱਛਾ, ਕਿਹੜੇ ਬੰਦੇ ਕੋਲ ਪਾਣੀ ਹੈਗੀ ਇਹਨਾਂ ਨੇ? ਕੀ ਹੋ ਗਿਆ? ਮੈਂ ਤੁਹਾਨੂੰ ਨਹੀਂ ਗੱਲ ਕੀਤੀ ਹੈਗੀ ਵੀ ਉਹਦੇ ਸ਼ਰਮਾ ਜੀ, ਤੁਸੀਂ ਵਕੀਲ ਹੋ ਕੇ ਇਹੋ ਜਿਹੀ ਗੱਲਾਂ ਕਰਦੇ ਤਾਂ ਸੋਚੋ। ਭਾਈ ਮੈਂ ਤਾਂ ਆਮ ਆਦਮੀ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ। ਸ਼ਰਮਾ ਜੀ, ਇਹੀ ਤਾਂ ਗੱਲ ਆ, ਜੇ ਤੁਸੀਂ ਵਕੀਲ ਹੋ ਕੇ ਗੱਲ ਇਹੋ ਜਿਹੀ ਕਰੋ ਤਾਂ ਆਮ ਬੰਦੇ ਦਾ ਕੀ ਹਾਲ ਹੋਊਗਾ? ਇਹਦਾ ਕਹਿਣ ਦਾ ਮਤਲਬ ਆ ਵਾ ਕਿ ਜਿਹੜੀ ਅਪੀਲ ਪੈਣੀ ਆ ਜਾਂ ਜਿਹੜੀ ਕੰਪਲੇਂਟ ਪੈਣੀ ਆ, ਉਹਦੀ ਸ਼ਕਲੋ ਸੂਰਤ ਕੀ ਹੋਊਗੀ ਉਹ ਹਜੇ ਦੱਸਾਂਗੇ। ਐਕਟ 3 ਤਰੀਕ ਨੂੰ ਲਾਗੂ ਹੋ ਗਿਆ, ਐਸਡੀਐਮ ਕਿਵੇਂ ਉਹਨੂੰ ਲਾਗੂ ਕਰੂਗਾ ਉਹ ਹਜੇ ਦੱਸਾਂਗੇ। ਐਸਡੀਐਮ ਨੂੰ ਦੱਸਣਗੇ, ਜੇ ਦੱਸਿਆ ਨਹੀਂ ਉਹਨੇ ਹਜੇ ਦੱਸਣਗੇ। ਅੱਛਾ ਅੱਛਾ, ਯਾਨੀ ਕਿ ਆਪਣਾ ਰਿਪਰੈਜ਼ੈਂਟੇਟਿਵ ਦਾ ਸਟੇਟ ਦਾ ਐਸਡੀਐਮ ਹੋ ਗਿਆ ਨਾ, ਡਿਸਟ੍ਰਿਕਟ ਦਾ ਹੋ ਗਿਆ, ਜਿਹੜਾ ਮਤਲਬ ਤਹਿਸੀਲ ਦਾ ਹੋ ਗਿਆ। ਇੰਪਲੀਮੈਂਟ ਕਰਨ ਵਾਸਤੇ ਐਸਡੀਐਮ ਦੀ ਡਿਊਟੀ ਲੱਗ ਗਈ ਆ, ਤੇ ਬਾਕੀ ਸਰਕਾਰ ਦੱਸੂ ਕਿਵੇਂ ਕਰਨਾ ਹੈਗਾ ਵਾ। ਹੁਣ ਜਿਵੇਂ ਬੈਂਕਾਂ ਦੇ ਡਿਫਾਲਟਰ ਹੋ ਜਾਂਦੇ, ਉਹਦਾ ਕਬਜ਼ਾ ਲੈਣ ਤਹਿਸੀਲਦਾਰ ਸਾਹਿਬ ਜਾਂਦੇ ਆ, ਉਹਦਾ ਪ੍ਰੋਸੀਜਰ ਆ। ਜਦੋਂ ਮੇਨਟੇਨੈਂਸ ਆਫ ਵਾਈਲਡ ਆਪਣੇ ਮੇਨਟੇਨੈਂਸ ਆਫ ਵੈਲਫੇਅਰ ਆਫ ਏਜਡ ਐਂਡ ਜਿਹੜੇ ਚਿਲਡਰਨ ਵਾਸਤੇ ਜਿਹੜੀ ਹੈਗੀ ਵੈਲਫੇਅਰ ਆਫ ਜਿਹੜੇ ਬਜ਼ੁਰਗਾਂ ਵਾਸਤੇ, ਹਾਂਜੀ ਹਾਂਜੀ, 2007 ਦੀ ਐਕਟ, ਹਾਂਜੀ ਹਾਂਜੀ, ਹੋਮਲੈਸ, ਹਾਂਜੀ, ਉਹਦੇ ਵਿੱਚ ਹੋਮਲੈਸ ਨਹੀਂ, ਉਹ ਜਿਹਨਾਂ ਨੂੰ ਹੋਮਲੈਸ ਕਰ ਦਿੰਦੇ ਉਹਨਾਂ ਦੇ ਬੱਚੇ। ਅੱਛਾ ਅੱਛਾ, ਔਰਫਨ ਜਾਂ ਆਪਾਂ ਜਿਹਨਾਂ ਦੇ, ਉਹ ਔਰਫਨ ਨਹੀਂ ਯਾਰ, ਜਿਹੜੇ ਵਿਚਾਰੇ ਬਜ਼ੁਰਗ ਮਾਪੇ ਹੁੰਦੇ ਜਿਹਨਾਂ ਦੇ ਮਾਪੇ ਦਾ ਖਿਆਲ ਰੱਖਦੇ, ਕਹਿੰਦੇ ਆ ਚਲੋ ਮੇਨਟੇਨੈਂਸ ਐਕਟ ਆ ਯਾਰ। ਹਾਂ ਚਲੋ ਠੀਕ ਹੈ, ਮੇਨਟੇਨੈਂਸ ਐਕਟ ਹੋ ਗਿਆ। ਉਹਦੇ ਵਿੱਚ ਦੱਸਿਆ ਗਿਆ ਕਿ ਇਹਦਾ ਪ੍ਰੋਸੀਜਰ ਕਿਵੇਂ ਫੋਲੋ ਕਰਨਾ। ਹਾਂਜੀ, ਉਹ ਅਖੀਰ ਦੇ ਵਿੱਚ ਜਾ ਕੇ ਸੁਪਰੀਮ ਕੋਰਟ, ਹਾਈ ਕੋਰਟ ਦੇ ਚੈਲੰਜ ਹੋ ਗਿਆ, ਕਹਿੰਦਾ ਇਸ ਐਕਟ ਦੇ ਵਿੱਚ ਕਿਤੇ ਪਾਵਰ ਹੈਗੀ ਐਸਡੀਐਮ ਨੂੰ ਆਰਡਰ ਕਰਨ ਦੀ ਕਿ ਬੱਚੇ ਬਾਹਰ ਕੱਢ ਦਿਓ। ਇਹ ਜੀ ਹਿੰਦੁਸਤਾਨ ਦੀ ਕੋਈ ਇਹ ਜੀ ਐਕਟ ਦਿਖਾ ਦਿਓ ਜਿਹੜੀ ਕਿਸੇ ਵੀ ਕੋਰਟ ਦੇ ਵਿੱਚ ਖੜੀ ਹੋਵੇ, ਇੱਕ ਐਕਟ ਦਿਖਾ। ਯਾਨੀ ਕਿ ਲੋਕਾਂ ਦੇ ਕੋਟਾ, ਉਹਨੂੰ ਕੋਰਟ ਨੇ ਮੰਨਿਆ ਗਲਤ ਆ, ਟਾਡਾ ਕੋਰਟ ਨੇ ਮੰਨਿਆ ਗਲਤ ਆ। ਕਿਹੜੀ ਐਕਟ ਆ ਜਿਹੜੀ ਇਹਨਾਂ ਦੀ ਖੜੀ ਆ? ਕਿਹੜੀ ਐਕਟ ਆ ਜਿਹਦੇ ਵਿੱਚ ਮਤਲਬ ਇੰਨੀ ਜ਼ਿਆਦਾ ਉਹਦੇ ਅੰਦਰ ਪ੍ਰੋਬਲਮ? ਦੇਖੋ, ਜਦੋਂ ਅੰਗਰੇਜ਼ਾਂ ਨੇ ਲਾਅ ਬਣਾਏ ਸੀ, ਉਹਨਾਂ ਨੇ ਲਾਅ ਬਣਾਏ ਸੀ ਸਾਡੇ ਉੱਤੇ ਰਾਜ ਕਰਨ। ਇਹ ਜਦੋਂ ਲਾਅ ਬਣਾਉਂਦੇ ਨੇ, ਇਹ ਲਾਅ ਬਣਾਉਂਦੇ ਨੇ ਆਪਣੀ ਚੋਰੀ ਮੋਰੀ ਰੱਖ ਕੇ। ਹਾਂ, ਇਹ ਨਹੀਂ ਲੋਕਾਂ ਨੂੰ ਪਤਾ ਲੱਗਦਾ ਆਪਣਾ, ਜਾਣੀ ਕਿ ਉਹ ਕਹਿੰਦੇ ਹੈ ਤਾਂ ਜੇ ਸਾਡੇ ਬਜ਼ੁਰਗਾਂ ਨੂੰ ਅਸੀਂ ਕੱਲ ਨੂੰ ਘਰੋਂ ਬਾਹਰ ਕੱਢਣਾ, ਜਿਹੜੇ ਲਾਅ ਬਣਾ ਰਹੇ ਆ ਜਿਨ੍ਹਾਂ ਤੇ 300 ਬੰਦਿਆਂ ਦੇ ਵਿੱਚੋਂ 200 ਦੇ ਉੱਤੇ ਤਾਂ ਕ੍ਰਿਮੀਨਲ ਕੇਸ ਨੇ, ਤੇ ਇੰਨੇ ਤਕੜੇ ਕ੍ਰਿਮੀਨਲ ਕੇਸ ਨੇ ਕਿ ਪੁੱਛੋ ਨਾ। ਉਹ ਕਹਿੰਦੇ ਜੇ ਅਸੀਂ ਇਹਨਾਂ ਦੇ ਖਿਲਾਫ ਸਖਤ ਐਕਸ਼ਨ ਲਵਾਂਗੇ ਤਾਂ ਐਕਸ਼ਨ ਤਾਂ ਸਾਡੇ ਖਿਲਾਫ ਹੀ ਹੋਊਗਾ ਨਾ। ਹੁਣ ਕਿਹੜਾ ਬੰਦਾ ਆਪਣੇ ਖਿਲਾਫ ਐਕਸ਼ਨ ਕਰਦਾ? ਬਿਲਕੁਲ ਬਿਲਕੁਲ, ਠੀਕ ਹੈ ਨਾ। ਇਸ ਕਰਕੇ ਇਹਦੇ ਵਿੱਚ ਲਿਖਿਆ ਕਿ ਕੋਈ ਵੀ ਜਿਹੜਾ ਖਰੀਦਦਾਰ ਆ, ਉਹ ਕਿਸੇ ਜ਼ਿਮੀਂਦਾਰ ਦੇ ਕੋਲੋਂ ਦੀ ਜ਼ਮੀਨ ਦੇ ਉੱਤੇ ਲੋਨ ਨਹੀਂ ਲੈ ਸਕਦਾ। ਜ਼ਿਮੀਂਦਾਰ ਲੋਨ ਨਹੀਂ ਲੈ ਸਕਦਾ? ਸ਼੍ਰੀਪਾਲ ਜੀ, ਹਾਂਜੀ, ਜਿਹੜਾ ਬੰਦਾ ਹੁਣ ਮੰਨ ਲਓ ਕਿ ਮੈਂ ਜ਼ਿਮੀਂਦਾਰ ਹਾਂ, ਤੁਸੀਂ ਮੇਰੇ ਕੋਲ ਆ ਗਏ, ਹਾਂਜੀ, ਤੁਸੀਂ ਕਿਹਾ ਸਰਦਾਰ ਜੀ ਤੁਹਾਡੇ 20 ਕਿੱਲਿਆਂ ਤੇ ਗੋਭੀ ਖਰੀਦਣੀ ਹੈ, ਹਾਂਜੀ। ਹੁਣ ਗੋਭੀ ਦੇ ਵਿੱਚ ਇਹਦਾ ਮਤਲਬ ਕੀ ਆ ਕਿ ਜੋ ਇਹ ਜਿਹੜੀ ਚੀਜ਼ ਦੇ ਉੱਤੇ ਇਹ ਜਿਹੜੀ ਥਿੰਕਿੰਗ ਸੀ ਉਹ ਬੜੀ ਵਧੀਆ ਸੀ, ਲੇਕਿਨ ਉਹ ਮਿਟੇਲੀ ਹੋ ਗਈ। ਇੱਕ ਬੰਦਾ ਮੈਂ ਜ਼ਿਮੀਂਦਾਰ, ਮੇਰੇ ਕੋਲ 20 ਕਿੱਲੇ ਆ, ਹਾਂਜੀ, ਤੁਸੀਂ ਖਰੀਦਦਾਰ ਹੋ, ਹਾਂਜੀ, ਮੈਂ ਆ ਗਿਆ, ਤੁਸੀਂ ਹੋਲਸੇਲਰ ਹੋ, ਹਾਂਜੀ, ਤੁਹਾਡਾ ਅੱਗੇ ਹੋਟਲਾਂ ਨਾਲ ਤੇ ਸਾਰਿਆਂ ਨਾਲ ਐਗਰੀਮੈਂਟ ਹੋ ਰੱਖਿਆ ਕਿ ਚਾਹੇ ਗੋਭੀ 100 ਰੁਪਏ ਹੋ ਜਾਵੇ, ਹਾਂ, ਜਾਂ ਹੋ ਜਾਵੇ 20 ਰੁਪਏ, ਹਾਂ, ਮੇਰੇ ਤੋਂ ਸਾਰਾ ਸਾਲ ਸਪਲਾਈ 40 ਰੁਪਏ ਚੱਕਣੀ ਹੈ। ਠੀਕ ਆ, ਕੀ ਇਹ ਹੁੰਦਾ ਕਿ ਨਹੀਂ ਹੁੰਦਾ? ਹੁੰਦਾ।
ਪਿੱਛੇ ਕਿਸਾਨ ਬੈਠਾ, ਉਹਦੀ ਗੋਭੀ 2 ਰੁਪਏ ਦੀ ਵਿਕ ਸਕਦੀ, ਉਹਦੀ 15 ਰੁਪਏ ਦੀ 15 ਵਿਕ ਵਿਕਦੀ ਹੁੰਦੇ ਹੀ ਆ ਸੀਜ਼ਨ ਦੇ ਵਿੱਚ। ਹੁਣ ਤੁਸੀਂ ਆ ਕੇ ਮੈਨੂੰ ਕਹੋਗੇ ਸਰਦਾਰ ਜੀ ਤੁਹਾਡੇ 20 ਕਿੱਲੇ ਦੀ ਜਿਹੜੀ ਗੋਭੀ ਆ ਐਨੇ ਦੀ ਮੈਂ ਲੈ ਲੈਣੀ ਤੁਹਾਡੇ ਮੈਂ ਸਾਹਮਣੇ। ਤੁਹਾਡੇ ਤੋਂ ਚਾਹੇ ਮਹਿੰਗੀ ਹੋਵੇ ਚਾਹੇ ਸਸਤੀ, ਮੈਂ ਤੁਹਾਡੇ ਤੋਂ 25 ਰੁਪਏ ਦੇ ਕਿਲੋ ਦੇ ਹਿਸਾਬ ਨਾਲ ਲੈ ਲੈਣੀ ਆ। ਹਾਂ ਹੁਣ ਉਹ 25 ਰੁਪਏ ਦੇ ਵਿੱਚ ਤੁਸੀਂ ਜਿਹੜਾ ਹੈਗਾ ਵਾ, ਤੁਸੀਂ ਇਹਦੇ ਅੰਦਰ ਕੋਈ ਇਹੋ ਜਿਹੀ ਸਪਰੇਅ ਨਹੀਂ ਮਾਰਨੀ ਜਾਂ ਕੁਝ ਨਹੀਂ ਕਰਨਾ ਜਿਹਦੇ ਕਰਕੇ ਜਿਹੜੀ ਗੋਭੀ ਆ ਉਹ ਜ਼ਹਿਰੀਲੀ ਹੋ ਜਾਵੇ। ਇਹਦੇ ਵਿੱਚ ਲਿਖਿਆ ਬੜਾ ਵਧੀਆ, ਮਤਲਬ ਯਾਨੀ ਕਿ ਉਹਦੇ ਵਿੱਚ ਲਿਖਿਆ ਵਾ ਕਿ ਜਿਹੜਾ ਖਰੀਦਦਾਰ ਆ ਉਹ ਜੋ ਵੀ ਸ਼ਰਤਾਂ ਰੱਖੂਗਾ ਕਿਸਾਨ ਦੇ ਉੱਤੇ, ਉਹ ਸ਼ਰਤਾਂ ਦੀ ਜਿਹੜੀ ਭਰਪਾਈ ਹੋਊਗੀ ਉਹ ਖਰੀਦਦਾਰ ਹੀ ਕਰੂਗਾ। ਮੰਨ ਲਓ ਉਹਨੂੰ ਸ਼ੈੱਡ ਬਣਾਉਣਾ ਪੈ ਗਿਆ, ਹਾਂ, ਜਿੱਥੇ ਗੋਭੀ ਪੈਕ ਹੁੰਦੀ ਹੈ, ਹਾਂ, ਉਹ ਯਾਨੀ ਕਿ ਆਪਣਾ ਖਰੀਦਦਾਰੀ ਬਣਾਊਗਾ, ਅੰਬਾਨੀ ਅਡਾਨੀ ਕਰੂਗਾ, ਕਹਿ ਦੇ ਮਤਲਬ। ਉਹ ਯਾਰ ਨਹੀਂ, ਇਹਦੇ ਅੰਦਰ ਅੰਬਾਨੀ ਅਡਾਨੀ ਨਹੀਂ ਹੈਗਾ। ਅੱਛਾ, ਇਹਦੇ ਅੰਦਰ ਆਪਾਂ ਜਿਹੜੇ ਨਾਰਮਲ ਜਿਹੜੇ ਹੋਲਸੇਲਰ ਆ ਉਹਨਾਂ ਦੀ ਹੋਲਸੇਲਰ ਚ ਕੋਈ ਬਣ ਸਕਦਾ ਵਾ, ABC। ਹਾਂ, ਉਹਦੇ ਵਿੱਚ ਇਨਸੈਂਟਿਵ ਆ ਕੇ ਤੁਸੀਂ ਸਿੱਧਾ ਖੇਤੀ ਉਹਦੇ ਨਾਲ ਜ਼ਿਮੀਦਾਰ ਨਾਲ ਤੁਸੀਂ ਗੱਲ ਕਰੋ, ਜੋ ਇਹ ਕਹਿੰਦਾ ਵਾ। ਲੇਕਿਨ ਇਹ ਅੱਜ ਤੱਕ ਹੋਇਆ ਕਿ ਨਹੀਂ ਹੋਇਆ, ਇਹ ਪੋਸੀਬਲ ਨਹੀਂ ਹੈਗਾ। ਹਾਂਜੀ ਹਾਂਜੀ, ਮੈਂ ਐਗਜ਼ਾਮਪਲ ਵੀ ਦਊਂਗਾ ਕਿ ਕਿੱਥੇ ਪੋਸੀਬਲ ਸੀਗਾ ਕਿੱਥੇ ਨਹੀਂ ਸੀਗਾ। ਹੁਣ ਚੱਕਰ ਕੀ ਆ ਕਿ ਇਹਦੇ ਵਿੱਚ ਲਿਖਿਆ ਗਿਆ ਕਿ ਉਹ ਜ਼ਮੀਨ ਦੇ ਉੱਤੇ ਲੋਨ ਨਹੀਂ ਲੈ ਸਕਦਾ, ਨਾ ਲਵੇ। ਮੰਨ ਲਓ ਉਹਨੇ ਇੱਕ ਐਗਰੀਮੈਂਟ ਬਣਾ ਲਿਆ ਜਿਹਦੇ ਵਿੱਚ ਉਹ ਕਿਸਾਨ ਦੇ ਨਾਂ ਤੇ ਲੋਨ ਲੈ ਲਵੇ। ਕਿਸਾਨ ਨੂੰ ਤਾਂ ਇਹਨੇ ਦਿਖਾਣਾ ਨਾ ਕਿ ਆ ਦੇਖ ਮਤਲਬ ਇੰਨੀ ਦੀ ਗੋਭੀ ਖਰੀਦਣਾ ਮਾਰ ਭੋਗੀ, ਉਹਨੇ ਕਿਹੜਾ ਪੜਨਾ ਕਿਹੜਾ ਲਿਆਓ ਜੀ ਕਿੰਨੇ ਪੈਸੇ ਬਣਦੇ, ਇੰਨੇ ਲੱਖ ਰੁਪਏ ਲੱਗਣੇ। ਜਿਵੇਂ ਮੰਨ ਲਓ ਲੱਖ ਰੁਪਏ ਦੀ ਗੋਭੀ ਲੱਗਣੀ ਆ, ਇੰਨਾ ਲੇਬਰ ਤੇ ਤੇਲ ਲੱਗ ਜਾਣਾ। ਜਿਹੜਾ ਖਰੀਦਦਾਰ ਨੇ 50,000 ਦਿੱਤਾ, ਉਹਨੇ ਕਿਹਾ ਮਾਰ ਘੁੱਗੀ ਸੰਤਾ ਸਿਆ ਨੇ ਘੁੱਗੀ ਮਾਰਤੀ। ਮੁੜ ਕੇ ਉਹਦੇ ਬਾਅਦ ਚੱਲਿਆ ਕਿ ਖਰੀਦਦਾਰ ਦਾ ਕਦੋਂ ਦਾ ਕਿਤੇ ਚਲੇ ਗਿਆ, ਮੁੜ ਕੇ ਬੈਂਕ ਵਾਲੇ ਦੁਆਲੇ ਹੋ ਗਏ। ਕਿਉਂਕਿ ਐਗਰੀਮੈਂਟ ਕਿਵੇਂ ਬਣਨਾ ਤਾਂ ਹੈ ਹੀ ਨਹੀਂ। ਬਿਲਕੁਲ ਗੱਲ ਸਹੀ ਹੈਗੀ ਹੈ, ਠੀਕ ਹੈ ਨਾ। ਇਸ ਕਰਕੇ ਆ ਜਿਹੜਾ ਐਗਰੀਮੈਂਟ ਸੀਗਾ, ਇਹਦੇ ਵਿੱਚ ਜਦੋਂ ਤੁਸੀਂ ਐਗਰੀਮੈਂਟ ਆਪਣਾ ਜਸਟੀਫਾਈ ਕਰਾਉਣਾ ਸੀ, ਰਜਿਸਟਰ ਕਰਾਉਣਾ ਸੀਗਾ, ਉਹਦੇ ਤੁਹਾਨੂੰ ਆਪਣੀ ਪੂਰੀ ਡਿਟੇਲ ਦੇਣੀ ਪੈਣੀ ਸੀ। ਆਧਾਰ ਕਾਰਡ ਕੌਣ ਆ, ਮਾਂ ਪਿਓ ਦਾ ਨਾਂ ਕੀ ਆ, ਆਹ ਦੇਣੀ ਪੈਣੀ ਸੀ। ਇਸ ਕਰਕੇ ਇਹ ਬਣਾਇਆ ਸੋਚ ਕੇ ਚੰਗਾ ਸੀਗਾ, ਲੇਕਿਨ ਜੋ ਇਹਦੇ ਵਿੱਚ ਬਣਾਇਆ ਕੀਤਾ ਗਿਆ ਉਹ ਇੰਨਾ ਮਾੜਾ ਹੋ ਗਿਆ ਕਿ ਪੁੱਛੋ ਹੀ ਕੁਛ ਨਾ। ਯਾਨੀ ਕਿ ਉਹ ਕਹਿੰਦੇ ਕਿ ਬਈ ਵਧਾਈਆਂ, ਪੁੱਛੋ ਕਿਉਂ। ਦੇਖੋ ਜੀ ਆਪਰੇਸ਼ਨ ਤਾਂ ਬਹੁਤ ਵਧੀਆ ਰਿਹਾ, ਹਾਂ, ਲੇਕਿਨ ਮਰੀਜ਼ ਮਰ ਗਿਆ। ਵਕੀਲ ਸਾਹਿਬ ਨੇ ਬਹਿਸ ਤਾਂ ਬਹੁਤ ਵਧੀਆ ਕੀਤੀ, ਚਾਹੇ ਹਾਂ ਕੇਸ ਚਾਹੇ ਹਾਰ ਗਿਆ ਸੀ, ਬੜਾ ਅੰਗਰੇਜ਼ੀ ਬੋਲਿਆ ਉਹ। ਤਾਂ ਜਿਹੜੇ ਬੰਦੇ ਨੇ ਆ ਡਰਾਫਟ ਕੀਤਾ ਨਾ, ਮੈਨੂੰ ਤਾਂ ਬੜਾ ਯਾਦ ਆਇਆ। ਉਹ ਬੰਦਾ ਕਹਿੰਦਾ ਵਕੀਲ ਸਾਹਿਬ ਦੇਖ ਲਓ ਜੋ ਮਰਜ਼ੀ ਹੋਵੇ, ਫਾਂਸੀ ਦੀ ਸਜ਼ਾ ਨਾ ਹੋਵੇ। ਵਕੀਲ ਸਾਹਿਬ ਕਹਿੰਦਾ ਕੋਈ ਗੱਲ ਨਹੀਂ, ਫਿਕਰ ਨਾ ਕਰ। ਜਦੋਂ ਅੰਦਰੋਂ ਬਹਿਸ ਬੂਸ ਆ ਕੇ ਬਾਹਰ ਆਏ, ਕੈਦੀ ਕਹਿੰਦਾ ਜੀ ਹਾਂਜੀ ਵਕੀਲ ਸਾਹਿਬ ਕੀ ਹੋਇਆ? ਕਹਿੰਦਾ ਗੱਲ ਸੁਣ ਲਾ, ਜੱਜ ਤਾਂ ਤੈਨੂੰ ਬਰੀ ਕਰਨ ਲੱਗਿਆ ਸੀ, ਮੈਂ ਉਮਰ ਕੈਦ ਕਰਾਤੀ ਹੈ। ਤੇਰੀ ਗੱਲ ਮੰਨ ਲਈ, ਤੈਨੂੰ ਫਾਂਸੀ ਨਹੀਂ ਲੱਗਣ ਦਿੱਤੀ। ਤਾਂ ਇਹਦਾ ਉਹ ਹਾਲ ਆ। ਲੋ ਜੀ, ਹੁਣ ਆ ਗਿਆ ਜਿਹਦੇ ਅੰਦਰ ਇਲਜ਼ਾਮ ਲੱਗਦਾ ਵਾ ਕਿ ਆ ਜਿਹੜੀ ਸਟੇਟਸ ਨੇ ਆਪਣੇ ਜਿਹੜੇ ਉੱਥੇ ਜਾ ਕੇ ਸਾਈਨ ਕਰਕੇ ਆਪਣੇ ਜਿਹੜੀ ਸਟੇਟ ਦੇ ਜਿਹੜੇ ਵਾਸੀ ਨੇ, ਜਿਹੜੇ ਖੇਤੀ ਦੇ ਕਿੱਤੇ ਨਾਲ ਜੁੜੇ ਹੋਏ ਨੇ, ਉਹਨਾਂ ਨਾਲ ਧੋਖਾ ਕਿਵੇਂ ਕੀਤਾ। ਦੇਖੋ ਕੈਪਟਨ ਸਾਹਿਬ ਨੇ ਵੀ ਕਿਹਾ ਕਿ ਬਈ ਅਸੀਂ ਜਿੱਥੇ ਗਏ ਉੱਥੇ ਆਹ ਚੀਜ਼ ਨਹੀਂ ਡਿਸਕਸ ਹੋਈ, ਉੱਥੇ ਆਹ ਚੀਜ਼ ਡਿਸਕਸ ਹੋਈ। ਇਹ ਹੈਗਾ ਐਸੈਂਸ਼ੀਅਲ ਕਮੋਡਿਟੀਜ਼ ਐਕਟ। ਇਹ ਐਸੈਂਸ਼ੀਅਲ ਕਮੋਡਿਟੀਜ਼ ਐਕਟ ਦੇ ਵਿੱਚ ਕੀ ਆ ਕਿ ਸੈਕਸ਼ਨ 2A ਦੇ ਵਿੱਚ ਨਜ਼ਰ ਲਾਈ ਜਾਵੇ। ਇਹਦੇ ਵਿੱਚ ਲਿਖਿਆ ਗਿਆ ਫॉर ਦੀ ਪਰਪਸ ਆਫ ਦਿਸ ਐਕਟ ਐਸੈਂਸ਼ੀਅਲ ਕਮੋਡਿਟੀ ਮੀਨਸ ਅ ਕਮੋਡਿਟੀ ਸਪੈਸੀਫਾਈਡ ਇਨ ਦੀ ਸ਼ੈਡਿਊਲ। 25 ਐਸੈਂਸ਼ੀਅਲ ਕਮੋਡਿਟੀ ਸੀਗੀਆਂ ਜਿਹਦੇ ਉੱਤੇ ਮਤਲਬ ਯਾਨੀ ਕਿ ਕਾਲਾਬਾਜ਼ਾਰੀ ਕਰਨ ਦੇ ਉੱਤੇ ਰੋਕ ਸੀਗੀ। ਉਹ ਕਹਿੰਦੇ ਜੇ ਪਬਲਿਕ ਇੰਟਰਸਟ ਦੇ ਵਿੱਚ ਜੇ ਲੋੜ ਪਈ ਤਾਂ ਸੈਂਟਰਲ ਸਰਕਾਰ ਇਸ ਐਸੈਂਸ਼ੀਅਲ ਕਮੋਡਿਟੀ ਦੇ ਵਿੱਚ ਕਿਸੇ ਨੂੰ ਜੋੜ ਸਕਦੀ, ਕਿਸੇ ਨੂੰ ਕੱਢ ਸਕਦੀ ਹੈ। ਇਹਦੇ 'ਚ ਐਸੈਂਸ਼ੀਅਲ ਕਮੋਡਿਟੀ 'ਚ ਆਇਆ ਸੀਗਾ ਸੀਰੀਅਲਸ, ਜਿਵੇਂ ਦਾਲਾਂ ਦੂਲਾਂ ਹੋ ਗਈਆਂ, ਪਲਸਿਸ ਹੋ ਗਏ, ਪੋਟੈਟੋ ਹੋ ਗਏ, ਪਿਆਜ਼ ਹੋ ਗਏ, ਐਡੀਬਲ ਆਇਲ ਸੀਡ ਹੋ ਗਿਆ ਤੇ ਤੇਲ ਹੋ ਗਿਆ, ਯਾਨੀ ਕਿ ਜੋ ਆਪਣੇ ਕਿਚਨ ਦੀ ਰੋਜ਼ਮਰਰਾ ਦੀ ਜ਼ਰੂਰਤ ਆ। ਫਿਰ ਇਹਦੇ 'ਚ ਲਿਖਿਆ ਕਿ ਰਿਮੂਵ ਐਨੀ ਕਮੋਡਿਟੀ ਇਨ ਕੰਸਲਟੇਸ਼ਨ ਵਿਦ ਦੀ ਸਟੇਟ ਗਵਰਨਮੈਂਟ। ਇਹ 2A ਆ, ਇਹ ਪੁਰਾਣੀ ਐਸੈਂਸ਼ੀਅਲ ਕਮੋਡਿਟੀਜ਼ ਦਾ ਸੈਕਸ਼ਨ 2A ਆ ਕਿ ਬਿਨਾਂ ਸਟੇਟ ਦੀ ਸਹਿਮਤੀ ਨਾਲ ਕੋਈ ਵੀ ਚੀਜ਼ ਬਿਨਾਂ ਸਲਾਹ ਕੀਤੇ ਐਸੈਂਸ਼ੀਅਲ ਕਮੋਡਿਟੀ ਦੇ ਵਿੱਚ ਐਡ ਨਹੀਂ ਕੀਤੀ ਜਾਊਗੀ ਤੇ ਇਹਦੇ ਚੋਂ ਹਟਾਈ ਨਹੀਂ ਜਾਊਗੀ। ਇਹਨੂੰ ਨਹੀਂ ਛੇੜਿਆ ਗਿਆ, ਲੇਕਿਨ ਇੱਕ ਸੈਕਸ਼ਨ 3 ਦੇ ਵਿੱਚ ਅਮੈਂਡਮੈਂਟ ਕਰਤੀ 1955 ਦੀ ਜਿਹੜੀ ਚੱਲਦੀ ਆ ਰਹੀ ਸੀ, ਉਹਨੂੰ ਚੇਂਜ ਕਰਤਾ। ਇਹਦੇ 'ਚ ਲਿਖਿਆ ਕਿ ਜਿਹੜੀ ਪਾਵਰ ਆ ਪ੍ਰੋਡਕਸ਼ਨ ਨੂੰ, ਸਪਲਾਈ ਨੂੰ, ਡਿਸਟਰੀਬਿਊਸ਼ਨ ਵਗੈਰਾ ਨੂੰ, ਐਸੈਂਸ਼ੀਅਲ ਕਮੋਡਿਟੀਜ਼ ਨੂੰ, ਬਲੈਕ ਮਾਰਕੀਟਿੰਗ ਨੂੰ ਰੋਕਣ ਵਾਸਤੇ ਉਹਦੇ ਵਾਸਤੇ ਸੈਕਸ਼ਨ 3 ਦੇ ਵਿੱਚ ਇੱਕ ਨਵਾਂ ਸਬ ਕਲੌਜ਼ ਪਾ ਦਿੱਤਾ ਗਿਆ। ਉਹਦੇ 'ਚ ਲਿਖਿਆ ਗਿਆ ਕੁਝ ਬਾਕੀ ਸਭ ਛੱਡੋ ਜੋ ਸਬ ਸੈਕਸ਼ਨ 1 'ਚ ਲਿਖਿਆ, ਦੀ ਸਪਲਾਈ ਆਫ ਸੱਚ ਫੂਡ ਸਟਫ, ਯਾਨੀ ਕਿ ਆਹ ਚੀਜ਼ਾਂ ਦੀ ਖਾਣ ਪੀਣ ਦੇ ਪਦਾਰਥ, ਸੀਰੀਅਲਸ, ਪਲਸਿਸ, ਦਾਲਾਂ ਵਗੈਰਾ, ਪੋਟੈਟੋ, ਪਿਆਜ਼, ਐਡੀਬਲ ਆਇਲ, ਉਹ
ਨੋਟੀਫਿਕੇਸ਼ਨ ਦੇ ਵਿੱਚ ਜਾਰੀ ਕਰਕੇ ਕਿਸੇ ਨਾਲ ਸਲਾਹ ਕਰਨ ਦੀ ਲੋੜ ਨਹੀਂ ਹੈਗੀ, ਠੀਕ ਕਿਸੇ ਨਾਲ ਹੈ। ਸਲਾਹ ਕਰਨ ਦੀ ਲੋੜ ਨਹੀਂ ਹੈਗੀ। ਜਿਹੜੀ ਸਟੇਟ ਉਸ ਚੀਜ਼ ਨੂੰ ਪ੍ਰੋਡਿਊਸ ਕਰਦੀ ਆ, ਹੂੰ। ਕਿਸੇ ਨਾਲ ਸਲਾਹ ਕਰਨ ਦੀ ਲੋੜ ਹੈ ਨਹੀਂ। ਸਿਰਫ ਉਹ ਗੈਜਟ ਦੇ ਵਿੱਚ ਇੱਕ ਵਾਰੀ ਆਰਡਰ ਕਰ ਦੇਣਗੇ ਤੇ ਉਹਦੇ 'ਚ ਕੀ ਲਿਖਿਆ, ਸਿਰਫ ਜਦੋਂ ਲੜਾਈ ਹੋਵੇ, ਜਦੋਂ ਅਕਾਲ ਫੈਲਿਆ ਹੋਵੇ, ਜਾਂ ਬਹੁਤ ਜ਼ਿਆਦਾ ਮਤਲਬ ਇੱਕ ਚੀਜ਼ ਦਾ ਜਿਹੜਾ ਪ੍ਰਾਈਸ ਆ ਉਹ ਲੋੜ ਤੋਂ ਵੱਧ ਬਚ ਜਾਵੇ, ਤਾਂ ਹੀ, ਨਹੀਂ ਤਾਂ ਐਸੈਂਸ਼ੀਅਲ ਕਮੋਡਿਟੀਜ਼ ਜਿਹੜਾ ਵਾ ਉਹ ਖਤਮ ਹੋ। ਠੀਕ ਹੈ। ਫਿਰ ਇਹਦੇ 'ਚ ਲਿਖਿਆ ਕਿ ਸਟੇਟ ਗਵਰਨਮੈਂਟ ਦੇ ਨਾਲ ਜਿਹੜਾ ਹੈਗਾ ਵਾ ਉਹਨੂੰ ਛੱਡ ਕੇ ਚੱਲ ਗਿਆ ਵੈਲਿਊ ਚੇਨ ਪਾਰਟਿਸਪੈਂਟਸ। ਵੈਲਿਊ ਚੇਨ ਕਿਹੜੇ ਹੁੰਦੇ ਆਈ ਹੁਣ ਤੁਹਾਡੇ ਅਡਾਨੀ ਬਾਨੀ ਇਸ ਲਾਅ ਦੇ ਵਿੱਚ ਅੰਦਰ ਆਉਂਦੇ। ਅੱਛਾ, ਦੱਸੋ ਉਹਨਾਂ ਦੇ ਬਾਰੇ। ਇਹਦੇ ਵਿੱਚ ਆਉਂਦੇ ਆ ਕਿ ਉਹਨਾਂ ਦੇ ਉੱਤੇ ਕੋਈ ਰੋਕ ਟੋਕ ਨਹੀਂ ਹੋਊਗੀ, ਹਾਂ, ਜਿੱਦਾਂ ਮਰਜ਼ੀ ਕਰਨ, ਜਿੰਨਾ ਮਰਜ਼ੀ ਕਰਨ। ਠੀਕ ਹੈ ਨਾ। ਕਿ ਇਹਦੇ ਵਿੱਚ ਇੱਕ ਛੋਟਾ ਜਿਹਾ ਐਗਜ਼ਾਮਪਲ ਆ, ਉਹ ਕਹਿੰਦੇ ਕਿ ਜਦੋਂ 100% ਤੋਂ ਵੱਧ ਰਾਈਜ਼ ਹੋਊਗੀ ਫਿਰ ਸਰਕਾਰ ਪ੍ਰਾਈਸ ਦੇ ਵਿੱਚ ਆ ਕੇ ਇੰਟਰਵੀਨ ਕਰੂਗੀ। ਠੀਕ ਹੈ। ਉੱਥੇ ਮਹਾਰਾਸ਼ਟਰ 'ਚ ਪਿਆਜ਼ ਹੈਗਾ ਤੁਹਾਡਾ ਮੰਨ ਲਓ 10 ਰੁਪਏ ਕਿਲੋ, 12 ਰੁਪਏ MSP ਕਹਿੰਦੇ ਆ, ਉੱਥੇ 50 ਪੈਸੇ 2 ਰੁਪਏ ਵੀ ਵਿਕ ਜਾਂਦਾ ਕਿਲੋ, ਵਿਕ ਜਾਂਦਾ ਸੀਜ਼ਨ ਦੇ ਵਿੱਚ, ਹੈ ਨਾ। ਲੇਕਿਨ ਜਿਹੜਾ ਉੱਥੇ ਵਾਲਾ ਪਿਆਜ਼ ਆ ਜਦੋਂ ਦਿੱਲੀ ਆਉਂਦਾ ਕਿੰਨੇ ਦਾ ਵਿਕਦਾ? 4 ਗੁਣਾ 5 ਗੁਣਾ ਰੇਟ ਵੱਧ ਜਾਂਦਾ ਵਾ। 4 ਗੁਣਾ 5 ਗੁਣਾ ਸ਼੍ਰੀਪਾਲ ਜੀ, ਇਹ 2 ਰੁਪਏ ਦੀ ਚੀਜ਼ ਆ, ਜਦੋਂ 4 ਗੁਣਾ ਵਧੂ 8 ਰੁਪਏ ਦਾ ਹੋਊਗਾ। ਹਾਂ, 30-40 ਰੁਪਏ ਤੇ 20-30 ਰੁਪਏ ਤਾਂ ਹੋ ਜਾਂਦਾ। ਹੁਣ ਆਪਣੇ 20 ਰੁਪਏ ਕਿਲੋ ਤੱਕ ਲੁਧਿਆਣੇ ਵਿਕਦਾ ਰਿਹਾ, ਹੁਣ 40 ਰੁਪਏ ਕਿਲੋ ਹੋਇਆ ਵਾ। ਕਿਹਨੇ ਕਿਹਾ ਸ਼੍ਰੀਪਾਲ ਜੀ, ਕਦੋਂ ਤੁਸੀਂ ਅਖੀਰਲੀ ਵੇ ਕੇ ਲੈ ਕੇ 40 ਰੁਪਏ ਕਿਲੋ ਪਿਆਜ਼ ਹੋ ਗਿਆ। ਹਾਂ 40 ਰੁਪਏ ਲੈ ਕੇ ਆਏ। ਹਾਂ, 2 ਰੁਪਏ ਤੋਂ 40 ਰੁਪਏ ਦਾ ਕਿੰਨਾ ਰਾਈਜ਼ ਹੋਇਆ? ਉਹ ਤਾਂ ਬਹੁਤ ਹੀ ਹੋ ਗਿਆ। ਲਾਓ ਜਰਾ ਕਿੰਨੇ ਗੁਣਾ ਹੋਇਆ? ਹੁਣ ਤੁਸੀਂ ਆਪ ਹੀ ਲਾ ਲਓ ਵਕੀਲ ਸਾਹਿਬ। ਦੇਖੋ 2 × 20 ਕਿੰਨਾ ਹੁੰਦਾ? 19% ਹੋ ਗਿਆ ਵੱਧ। ਉਹ 19% ਨਹੀਂ ਹੋਇਆ ਗੁਰੂ। ਹਾਂ, 2 ਰੁਪਏ ਦੀ ਚੀਜ਼ ਲਿੱਤੀ 20 ਰੁਪਏ ਨੂੰ ਵੇਚੀ 200% 100% ਇੰਕਰੀਜ਼ ਹੋ ਗਿਆ। ਅੱਛਾ ਮੈਂ ਤਾਂ 2 ਰੁਪਏ ਦੀ ਚੀਜ਼ ਲੈ ਕੇ 40 ਰੁਪਏ ਦੀ ਵੇਚੋਗੇ ਤਾਂ 200% ਇੰਕਰੀਜ਼ ਹੋ ਗਿਆ। ਕੀ ਮੈਂ ਗਲਤ ਹਾਂ? ਵੈਰੀ ਗੁੱਡ। ਉਹ ਜਿਹੜੀ ਵਿਕਦੀ ਪਈ ਆ ਉਹ ਤਾਂ ਤੁਹਾਡੇ ਤੋਂ ਰੋਕੀ ਨਹੀਂ ਜਾਂਦੀ। ਬਿਲਕੁਲ ਬਿਲਕੁਲ, ਉਹਦੇ ਬਾਰੇ ਤਾਂ ਤੁਹਾਡੇ ਤੋਂ ਲਾਅ ਲਿਆਇਆ ਨਹੀਂ ਜਾਂਦਾ। ਜਿਹੜੀ ਬਾਕੀ ਤੁਸੀਂ ਉਹਦੇ ਤੇ ਵੀ ਪੋਚਾ ਫੇਰਤਾ, ਝਾੜੂ ਫੇਰਤਾ। ਤਾਂ ਕਰਕੇ ਆ ਐਸੈਂਸ਼ੀਅਲ ਕਮੋਡਿਟੀਜ਼ ਆ ਇੰਨੀ ਕੁ ਜੀ ਲਾਈਨ, ਇੰਨੀ ਕੁ ਜੀ, ਇਹ ਅਡਾਨੀ ਅੰਬਾਨੀ ਦੇ ਹੱਕ 'ਚ। ਅੱਛਾ, ਤੁਸੀਂ ਐਂ ਦੱਸੋ, ਮੋਟੀ ਗੱਲ 'ਚ ਦੱਸੋ, ਕਿਸਾਨਾਂ ਦੇ ਹੱਕ 'ਚ ਕੀ ਹੈ ਤੇ ਲੋਕਾਂ ਦੇ ਹੱਕ 'ਚ ਕੀ ਹੈ? ਲੋਕਾਂ ਨੂੰ ਫਾਇਦਾ ਹੈ ਕਿ ਗੁਰੂ ਜੀ ਇਹ ਕਿਸਾਨਾਂ ਦੇ ਹੱਕ 'ਚ ਹੋਣਾ ਸੀ ਜੇ ਇਹਨੂੰ ਸਹੀ ਨੀਅਤ ਨਾਲ ਬਣਾਇਆ ਹੋਣਾ ਸੀ। ਇਹਨੂੰ ਇਹੋ ਜਿਹੀ ਘਟੀਆ ਨੀਅਤ ਨਾਲ ਇਹਨੂੰ ਕੀਤਾ ਗਿਆ ਤੇ ਇਹਨੂੰ ਵੱਢਣ ਵਾਸਤੇ। ਹਾਂ, ਠੀਕ ਹੈ ਨਾ। ਕਿ ਬਸ ਐਗਰੀਮੈਂਟ ਦੇ ਵਿੱਚ ਜਿਹੜਾ ਪ੍ਰਾਈਸ ਹੋਊਗਾ ਉਹਨੂੰ ਕੌਣ ਗਵਰਨ ਕਰੂਗਾ? ਜੇ ਇੱਥੇ ਫਾਰਮਰ ਜਾਣਗੇ ਕਿ ਜੀ ਸਾਨੂੰ ਸਾਡੀ ਜਿੰਸ ਦਾ ਪ੍ਰਾਈਸ ਨਹੀਂ ਮਿਲਿਆ, ਉਹ ਕਹਿਣਗੇ ਸਾਡੇ ਕੋਲ ਦੂਜੀ ਐਕਟ ਹੈ ਜੀ 100% ਵਧੂਗਾ ਤਾਂ ਆਵਾਂਗੇ। ਜਾਣ ਕੇ ਉਹ ਤੋਂ ਵੀ ਪਹਿਲਾਂ ਕੀ ਗੱਲ, ਐਗਰੀਮੈਂਟ ਕਿੱਥੇ ਹੈ ਜੀ, ਕਿੱਥੇ ਲਿਖਿਆ? ਆਪਣੀ ਆਪ ਤਾਂ ਨਾ ਕਿੱਥੇ ਲਿਖਿਆ? ਬਿਲਕੁਲ। ਹੁਣ ਤੁਸੀਂ ਆ ਜਾਓ फार्मर्स ट्रेड एंड प्रोड्यूस कि कोई भी किसान को खुली छूट है, क्या करने की, कुछ भी बनाओ कहीं पर भी बेच के आओ, तुम्हें कोई नहीं पूछेगा। पहला ਕਿਹੜਾ ਪੁੱਛਦੇ ਸੀ? ਹਾਂ, ਪਹਿਲੇ ਵੇਚ ਜਾਂਦੇ ਸੀ ਥੈਲਾ ਭਰ ਕੇ। ਸਾਡੇ ਬਜ਼ੁਰਗ ਇੱਥੇ ਆਲੂ ਬਣਦੇ ਸੀ, ਆਲੂ ਇੱਥੋਂ ਦੀ ਪੂਨੇ ਬੰਬੇ ਦੇ ਕੇ ਆਉਂਦੇ ਸੀ। ਹਾਂ, ਪਹਿਲੇ ਵੀ ਤਾਂ ਲੈ ਹੀ ਜਾਂਦੇ ਸੀਗੇ। ਮੈਂ ਉੱਥੇ ਪੂਨੇ ਪੜ੍ਹਿਆ, ਉੱਥੇ ਪੂਨੇ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਸਾਹਿਬ ਮਿਲੇ, ਉਹ ਕਹਿੰਦੇ ਜਿਹੜਾ ਸਾਡਾ ਆਲੂ ਹੁੰਦਾ ਸੀ ਆਉਂਦਾ ਹੀ ਪੰਜਾਬ ਤੋਂ ਸੀ। ਪੰਜਾਬ ਤੋਂ ਅਜੇ ਵੀ ਜਾਂਦੇ ਆ। ਪਿਆਜ਼ ਇੱਥੋਂ ਜਾਂਦਾ ਸੀ, ਉੱਥੇ ਕਹਿੰਦਾ ਅਸੀਂ ਪੰਜਾਬ 'ਚ ਕਰਦੇ ਸੀ ਕਿ ਇੱਥੇ ਆਲੂ ਦੀ ਖੇਤੀ ਕਿਵੇਂ ਹੋਣੀ ਆ। ਉਦੋਂ ਦੱਸੋ ਕਿਹੜੀ ਸਰਕਾਰ ਦੀ ਪਰਮਿਸ਼ਨ ਲੈਣੀ ਪੈਂਦੀ ਸੀ? ਨਹੀਂ। ਇੱਥੋਂ ਬੋਰੀਆਂ ਭਰੀਆਂ, ਉੱਥੇ ਆਲੂ ਦੀ ਮਾਲ ਗੱਡੀ ਭਰੀ ਤੇ ਬੰਬ ਛੱਡਿਓ। ਉਦੋਂ ਕਿਹੜੀ ਰੋਕ ਸੀਗੀ? ਇਹ ਜਿਹੜੇ ਪੁਰਾਣੇ ਬਜ਼ੁਰਗ ਨੇ ਨਾ, ਇਹਨਾਂ ਨੇ ਸਾਰੇ ਕੰਮ ਕੀਤੇ ਹੋਏ ਨੇ, ਇਹਨਾਂ ਨੇ ਸਾਰਾ ਕੁਝ ਦੇਖਿਆ ਹੋਇਆ ਵਾ। ਠੀਕ ਆ। ਲੇਕਿਨ ਅਨਫੋਰਚੂਨੇਟਲੀ ਜਿਹੜੇ ਬੰਦੇ ਨੇ ਉਹ ਕੰਮ ਕੀਤੇ ਸੀਗੇ, ਉਹ ਬੰਦੇ ਜਾਂ ਤਾਂ ਜਾ ਚੁੱਕੇ ਨੇ ਜਾਂ ਖੇਤੀ ਛੱਡ ਕੇ ਠੇਕੇ ਦੇ ਚੁੱਕੇ ਨੇ ਜਾਂ ਬਾਹਰ ਜਾ ਚੁੱਕੇ ਨੇ, ਕਿਉਂਕਿ ਉਹ ਵੱਡੇ ਜ਼ਿਮੀਂਦਾਰ ਸੀਗੇ। ਹਾਂਜੀ। ਅੱਜ ਦੀ ਰੇਟ ਦੇ ਵਿੱਚ 85% ਜੋ ਬੰਦੇ ਖੇਤੀ ਕਰ ਰਹੇ ਉਹਨਾਂ ਦੀ ਆਪਣੀ ਜ਼ਮੀਨ ਨਹੀਂ ਹੈਗੀ। ਹਾਂਜੀ, ਸਾਰੇ ਉਹ ਠੇਕੇ ਤੇ ਕਰ ਰਹੇ। ਇਹ ਤੁਹਾਡੀ ਗੱਲ ਸਹੀ ਹੈ, ਠੇਕੇ ਤੇ ਕਰ ਰਹੇ ਨੇ ਸਾਰੇ। ਲੇਬਰ ਰੇਟ ਠੇਕਾ ਦਾ 15 ਤੋਂ 20 ਹਜ਼ਾਰ ਹੋਣਾ ਚਾਹੀਦਾ। ਉਹ ਜਿਨ੍ਹਾਂ ਦੀ ਜ਼ਮੀਨ ਆ ਉਹ NRI ਬਾਹਰ ਬੈਠੇ ਆ। 40-40 ਹਜ਼ਾਰ ਰੁਪਏ ਠੇਕਾ ਲੈ ਕੇ 60-70 ਹਜ਼ਾਰ ਰੁਪਏ ਕਰਤਾ ਭਾਜੀ। ਕਿੱਥੋਂ ਕਿਸਾਨ? ਅੱਛਾ, ਇਧਰੋਂ ਦੀ ਹੋ ਰਿਹਾ, ਇੱਧਰ MSP ਆ ਰਿਹਾ, ਇਧਰੋਂ ਦੀ ਜਾ ਕੇ ਉਧਰ ਜਾ ਰਿਹਾ। ਸਰਕਾਰ ਪੰਗਾ ਤਾਂ ਇਹੀ ਆ ਨਾ, ਪੰਗਾ ਤਾਂ ਇਹੀ। ਲੇਕਿਨ ਜਿਹੜੀ ਗੱਲ ਆ ਉਹਨੂੰ ਐਡਰੈਸ ਕਰੋ ਨਾ, ਸਾਰੇ ਦਾ ਕਿਉਂ ਗਲਾ ਘੋਟੀ ਜਾਂਦੇ? ਜਿਹੜੇ ਕਿੱਲੇ ਜਿਹੜੇ ਬਾਹਰ NRI ਦੇ ਬਾਕੀ ਜਿਹੜੇ ਕੰਮ ਕਰਾ ਰਹੇ ਨੇ, ਜੇ ਕੋਈ 500 ਕਿੱਲਾ 200 ਕਿੱਲਾ, ਉਹ ਸਰਕਾਰ ਹੱਥ ਨਹੀਂ ਪਾਉਂਦੀ ਹੈਗੀ ਆ। ਜਿਹੜੇ ਠੇਕੇ ਤੇ ਕੰਮ ਕਰਦੇ ਆ ਉਹਨਾਂ ਨੂੰ ਤੰਗ ਕਰਨ ਰਹੀ ਹੈ। ਉਹ ਨਹੀਂ। ਹਾਂਜੀ, ਹੋਰ ਕੀ ਗੱਲ ਆ? ਉਹ ਸ਼੍ਰੀਪਾਲ ਜੀ ਸਮਝਾਓ ਨਾ। ਇੱਕ ਸਾਡੇ ਕੋਲ PhD ਆ, ਖੇਤੀ ਇੱਕ ਐਸੀ ਕੰਮ ਜਿਹੜੀ ਇਹਨਾਂ ਦੇ ਪੱਲੇ ਨਹੀਂ ਪੜੇ ਤਾਂ ਆਮ ਬੰਦੇ ਦੇ ਕਿਵੇਂ ਪੱਲੇ ਪਊਗੀ? ਮੈਂ NRI ਹਾਂ। ਹਾਂਜੀ, ਮੇਰੀ ਜ਼ਮੀਨ ਇੰਡੀਆ ਪਈ ਆ। ਹਾਂਜੀ, 100 ਕਿੱਲਾ
ਤੁਸੀਂ ਉਹਨੂੰ ਬਾਹਰੇ ਹੋ। ਮਾਰਿਆ ਮੈਂ 60 ਆ 60 ਆਪਣੇ ਬਾਈ ਜੀ ਵਿਜੇ ਜੀ ਇਹ ਉਹਨੂੰ ਕੀ ਅਜੇ ਜੀ ਆਪਣੇ ਉਹਨੂੰ MSP ਦੇ ਰਹੇ ਆ ਬਤੌਰ ਆੜਤੀ ਆ, ਹਾਂ ਇਹ ਖਰੀਦ ਰਿਹਾ ਵਾ। ਹਾਂਜੀ ਹਾਂਜੀ ਉਹ ਜ਼ਮੀਨ ਤਾਂ ਜੇ ਤੁਸੀਂ ਮੰਨ ਲਓ ਕਿ ਕਿੱਲੇ ਮਗਰ ਤੁਸੀਂ ਮੈਨੂੰ 60000 ਰੁਪਏ ਠੇਕਾ ਦਿੰਦੇ ਹੋ, ਹਾਂ ਤੁਹਾਨੂੰ 10000 ਰੁਪਏ ਬਚਦਾ। ਹਾਂਜੀ ਕਿੱਲੇ ਤਾਂ ਦਾ ਹਿੰਦੁਸਤਾਨ 'ਚ ਕਿੰਨੇ ਪੈਸੇ ਰਹਿ ਗਏ ਕਿੰਨੇ ਰਹਿ ਗਏ ਫਿਰ ਜੇ ਠੇਕਾ 60000 ਆ ਤੇ 10 70 ਦਾ 70 70 10% ਹੀ ਤੁਸੀਂ ਆਪਣਾ 10000 ਹੀ ਕਮਾਇਆ ਨਾ ਤੁਸੀਂ ਤਾਂ ਠੇਕੇਦਾਰ ਠੇਕੇ ਇੰਡੀਆ ਦੇ ਤਾਂ 10000 ਰਹਿ ਗਿਆ। ਹਾਂ ਜਿਹੜਾ ਕੰਮ 60,000 ਕਰਦਾ ਚਲੇ ਗਿਆ ਬਾਹਰ। ਹਾਂ ਜਿਹੜਾ ਕੰਮ ਕਰਦਾ ਹੁਣ 10000 ਹੀ ਬਣਿਆ ਜ਼ਿਮੀਦਾਰ ਨੂੰ ਤਾਂ ਗੱਲ ਸੁਣੋ, ਹਾਂਜੀ ਜ਼ਿਮੀਦਾਰ ਤਾਂ ਇੱਕ ਪਾਸੇ, ਜਿਹੜਾ 10000 ਤੁਸੀਂ ਕਮਾਇਆ ਉਹੀ ਹਿੰਦੁਸਤਾਨ ਦੇ ਵਿੱਚ ਖਰਚਾ ਹੋਊਗਾ। ਹਾਂਜੀ ਹਾਂਜੀ ਬਾਕੀ ਤਾਂ ਬਾਹਰ ਚਲਾ ਗਿਆ ਆੜਤੀਆ ਜਿਹੜਾ ਹੈਗਾ ਉਹਨੇ ਤੁਹਾਡੇ ਤੋਂ ਜਿੰਸ ਲਿੱਤੀ, ਤੁਹਾਨੂੰ ਸਰਕਾਰੀ ਪੈਸੇ ਦਿੱਤੇ। ਹਾਂ 60000 ਤੁਸੀਂ ਮੇਰੇ ਕੋਲ ਦਿੱਤਾ, ਮੈਂ ਉਹਨੂੰ ਬਾਹਰ ਲੈ ਗਿਆ। ਬਾਹਰ ਲੈ ਗਿਆ ਹੁਣ NRI ਇਨਕਲੇਵ ਤਾਂ ਉੱਡ ਗਈ ਗੱਲਾਂ ਸਾਰੀਆਂ। ਹਾਂ ਹੁਣ ਤਾਂ ਸਾਰੇ NRI ਖਾਲੀ ਹੋ ਗਏ। ਹੁਣ ਕਿਹੜਾ NRI ਇੱਥੇ ਕਿ ਜ਼ਮੀਨ ਲੈਂਦਾ ਜਾਂ ਘਰ ਲੈਂਦਾ? ਹਾਂ ਪੈਸਾ ਤਾਂ ਇੱਥੇ ਦੇ ਹੀ ਬਾਹਰ ਜਾ ਰਿਹਾ ਨਾ। ਬਾਹਰ ਜਾ ਰਹੇ ਹੈਗਾ ਜਿਹੜਾ 6000 ਕਰੋੜ ਸਟੂਡੈਂਟ ਦਾ ਜਾ ਰਿਹਾ, ਕਿੱਥੋਂ ਆ ਰਿਹਾ? ਉਹ ਖੇਤੀ ਤੋਂ ਹੀ ਆ ਰਿਹਾ। ਬਿਲਕੁਲ ਬਿਲਕੁਲ ਸਾਰਾ ਦੇ ਕੌਣ ਰਿਹਾ? ਹਾਂਜੀ ਸਰਕਾਰ। ਵਾਹ ਇਹ ਨਹੀਂ ਕਿ ਉਹ ਸਿਸਟਮ ਨੂੰ ਠੀਕ ਕਰ ਲੈਣ। ਉਸੇ 6000 ਮੈਂ ਉਹਦੇ MSP ਤੇ ਵੀ ਆਊਂਗਾ ਕਿ MSP ਦਿੰਦਾ ਕੌਣ ਆ, ਉਹਦੀ ਛੋਟੀ ਜਿਹੀ ਕਹਾਣੀ ਦੱਸੂਗਾ। ਫਿਰ ਆ ਗਿਆ ਜੀ ਤੀਜਾ ਕਾਨੂੰਨ, ਦੀ ਫਾਰਮਰਸ ਪ੍ਰੋਡਿਊਸ ਟ੍ਰੇਡ ਐਂਡ ਕਮਰਸ ਪ੍ਰਮੋਸ਼ਨ ਐਂਡ ਫੈਸਿਲਿਟੇਸ਼ਨ। ਮਤਲਬ ਜਿਹੜਾ ਖੇਤੀਬਾੜੀ ਦੇ ਵਿੱਚ ਡੀਲ ਕਰਦਾ ਵਾ ਉਹਨੂੰ ਕਿਵੇਂ ਵਪਾਰ ਕਰਨਾ, ਪ੍ਰਮੋਟ ਕਰਨਾ ਤੇ ਉਹਨੂੰ ਫੈਸਿਲਿਟੇਟ ਕਿਵੇਂ ਕਰਨਾ, ਕਿ ਉਹਨੂੰ ਕਿਵੇਂ ਬੰਦਾ ਉਸ ਚੀਜ਼ ਨੂੰ ਆਪਣਾ ਅਮਲ ਚ ਲਿਆ ਸਕੇ, ਉਹਨੂੰ ਕਿਵੇਂ ਕਰਨਾ, ਉਹ ਇਹਦੇ ਵਿੱਚ। ਅੱਛਾ ਜੀ ਇਹਦੇ ਅੰਦਰ ਲਿਖਿਆ ਕਿ ਪੈਨਲਟੀ ਦਾ ਪ੍ਰੋਵੀਜ਼ਨ ਆ ਸੈਕਸ਼ਨ 11 ਦੇ ਸੈਕਸ਼ਨ 1 ਤੇ 2 ਦੇ ਵਿੱਚ। ਲੇਕਿਨ ਇਹਦੇ ਵਿੱਚ ਕੀ ਲਿਖਿਆ ਕਿ ਸੈਕਸ਼ਨ 9(1) ਦੇ ਵਿੱਚ ਐਗਰੀਕਲਚਰ ਮਾਰਕੀਟਿੰਗ ਐਡਵਾਈਜ਼ਰ, ਡਾਇਰੈਕਟੋਰੇਟ ਆਫ ਮਾਰਕੀਟਿੰਗ ਐਂਡ ਇੰਸਪੈਕਸ਼ਨ, ਓਡਾ ਉੱਚਾ ਉਹਦਾ, ਗਵਰਨਮੈਂਟ ਆਫ ਇੰਡੀਆ ਉਹ ਤੋਂ ਵੀ ਉੱਚਾ ਉਹਦਾ, ਔਰ ਐਨ ਆਫਸਰ ਆਫ ਦੀ ਸਟੇਟ ਗਵਰਨਮੈਂਟ ਟੂ whom such power is delegated by the central government। ਸਟੇਟ ਗਵਰਨਮੈਂਟ ਦੇ ਬੰਦੇ ਨੂੰ ਸੈਂਟਰਲ ਗਵਰਨਮੈਂਟ ਪਾਵਰ ਡੈਲੀਗੇਟ ਕਰੂਗੀ। ਅੱਛਾ, ਸਲਾਹ ਕਰਕੇ, ਹਜੇ ਸਲਾਹ ਕਰੂਗੀ। ਫਿਰ ਜੇ ਕੋਈ ਇਹਦੇ ਵਿੱਚ ਕੋਈ ਪ੍ਰੋਬਲਮ ਹੋਈ ਜਾਂ ਕੁਝ ਹੋਈ, ਯਾਨੀ ਕਿ SDM ਤੋਂ ਵੀ ਉੱਤੇ ਅਥਾਰਟੀ ਹੈ। ਬਿਲਕੁਲ SDM ਕੋਲ ਤਾਂ ਬੰਦੇ ਵੈਸੇ ਹੀ ਨਹੀਂ ਜਾਂਦੇ, ਬਿਨਾਂ ਵਕੀਲ ਦੇ ਭੇਜ ਨਹੀਂ ਸਕਦੇ। ਇੱਥੇ ਡਾਇਰੈਕਟਰ ਸਾਹਿਬ ਦੇ ਕੋਲ ਜਾਣਾ ਪਊਗਾ, ਉਹ ਵੀ ਚੰਡੀਗੜ੍ਹ। ਤਾਂ ਜਿਹੜਾ ਵਿਚਾਰਾ ਹੋਰ ਬੈਠਾ ਉਹਨੂੰ ਚੰਡੀਗੜ੍ਹ ਜਾਣਾ ਪੈਣਾ ਜੇ ਕਿਸੇ ਨੇ ਇਹਦੇ ਵਿੱਚ ਤੋੜਿਆ ਜਾਂ ਕੁਝ ਕੀਤਾ। 60 ਦਿਨਾਂ ਦੇ ਅੰਦਰ ਅੰਦਰ ਹੁਕਮ ਸੁਣਾਉਣਾ ਪਊਗਾ। ਜੇ ਕੋਈ ਰਿਕਵਰੀ ਆ ਅਮਾਊਂਟ ਪੇਬਲ ਟੂ ਫਾਰਮਰ ਐਂਡ ਟ੍ਰੇਡਰ ਦੋਨਾਂ ਦੇ ਵਿੱਚ, ਉਹ 60 ਦਿਨਾਂ 'ਚ ਦੇਣਾ ਪਊਗਾ। ਇੰਪੋਜ਼ ਪੈਨਲਟੀ। ਫਿਰ ਕੀ ਕਹਿੰਦੇ, ਇਲੈਕਟ੍ਰੋਨਿਕ ਟ੍ਰਾਂਜੈਕਸ਼ਨ ਜਿਹੜਾ ਬੰਦਾ ਕਰਦਾ ਉਹਨੂੰ ਖਤਮ ਕਰਨ ਵਾਸਤੇ ਕੈਂਸਲ ਕਰ ਸਕਦਾ ਜੇ ਕਿਸੇ ਬੰਦੇ ਨੇ ਸਮਾਨ ਲੈ ਲਿਆ ਤੇ ਦਿੱਤਾ ਨਹੀਂ। ਫਿਰ ਕਿਹਾ ਕਿ ਜਿਹਦੇ ਖਿਲਾਫ ਆਰਡਰ ਪਾਸ ਹੋਊਗਾ, ਜਿਹੜਾ ਖਰੀਦਦਾਰ ਆ ਉਹਨੂੰ ਸੁਣੇ ਬਗੈਰ ਨਹੀਂ ਹੋਊਗਾ। ਕੋਈ ਵੀ ਫਾਰਮਰ, ਕੋਈ ਵੀ ਖਰੀਦਦਾਰ ਕਿਸੇ ਵੀ ਸਟੇਟ ਤੋਂ ਕੁਝ ਵੀ ਲੈ ਸਕਦਾ। ਫਾਰਮਰ ਨੇ ਕਿੱਥੇ ਜਾਣਾ? ਉਹ ਤਾਂ ਮੰਡੀ ਮਸਾ ਪਹੁੰਚਦਾ, ਟਰਾਲੀ ਭਰ ਕੇ ਹੁੰਦਾ, ਇੱਥੋਂ ਦੀ ਟ੍ਰੇਨ ਚੜੀ ਆ ਗਿਆ, ਉਧਰ ਚਲੇ ਗਿਆ। ਗੰਨਿਆਂ ਦੀ ਟਰਾਲੀ ਭਰ ਕੇ ਬੜੀ ਮੁਸ਼ਕਲ ਨਾਲ ਲੈ ਕੇ ਆਂਦਾ ਉੱਥੇ ਤੱਕ, ਮਿਲ ਤੱਕ ਉਹ ਤਾਂ ਠੀਕ ਹੈ ਨਾ। ਫਿਰ ਇਹਦੇ ਚ ਲਿਖਿਆ ਕਿ ਐਨੀ ਟ੍ਰੇਡਰ ਮੇ ਇੰਗੇਜ ਇਨ ਇੰਟਰ ਟ੍ਰੇਡ ਸੈਕਸ਼ਨ 4। ਗਰੇ ਵੱਲ ਰਿਹਾ ਗੱਲ ਦੱਸੋ, ਬੇਈਮਾਨਾਂ ਦੇ ਦੇਸ਼ ਦੇ ਵਿੱਚ ਅਤੇ ਹਰ ਕੋਈ ਇੱਥੇ ਕਰਪਟ ਬੰਦਾ, ਬੇਈਮਾਨ ਬੰਦਾ ਤੁਸੀਂ ਇੱਥੇ ਲਾਗੂ ਕਰਨਾ। ਪਹਿਲਾਂ ਗੱਲ ਤਾਂ ਸੁਣੋ, ਇੱਥੇ ਤੁਸੀਂ ਬੇਈਮਾਨਾਂ ਦੇ ਕੰਟਰੀ ਪਹਿਲੇ ਇਮਾਨਦਾਰ ਤਾਂ ਬਣਾ ਲਓ। ਗੱਲ ਤਾਂ ਸੁਣੋ, ਸੁਣਾਓ। ਜਦੋਂ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਕਿ ਜਿਹੜਾ ਐਗਰੀਮੈਂਟ ਹੋਇਆ ਸੀ ਉਹ 'ਚ ਜਦੋਂ ਤੁਸੀਂ ਰਜਿਸਟਰ ਕਰਾਓਗੇ ਸਭ ਕੁਝ ਦੇਣਾ ਪੈਣਾ। ਤੁਸੀਂ ਕੌਣ, ਤੁਹਾਡੇ ਪਾਪਾ ਦਾ ਨਾਮ ਕੀ ਆ, ਤੁਹਾਡੇ ਪੱਲੇ ਕੀ ਆ। ਪਹਿਲੇ ਲੋਕਾਂ ਨੂੰ ਇਮਾਨਦਾਰ ਤਾਂ ਬਣਾ ਲਓ, ਦੇਸ਼ ਭਗਤ ਬਣਾ ਲਓ। ਚੱਲ ਸੁਣਾਓ ਤੁਸੀਂ, ਉਹਦੇ ਬਾਅਦ ਚ ਗੱਲ ਕਰਾਂਗੇ। ਹਾਂ ਪਹਿਲਾਂ ਦੱਸੋ ਤੁਸੀਂ, ਸੁਣਾ ਲਓ ਜਿਹੜੇ ਕਾਗਜ਼ ਰੱਖੇ ਹੋਏ ਨੇ ਅੰਗਰੇਜ਼ੀ ਦੇ। ਹੁਣ ਇਹਦੇ ਵਿੱਚ ਲਿਖਿਆ ਕਿ ਐਗਰੀਮੈਂਟ ਬਣੂਗਾ ਜੀ, ਤੁਹਾਨੂੰ ਸਾਰੀ ਡਿਟੇਲ ਦੇਣੀ ਪਊਗੀ। ਹਾਂਜੀ ਹਾਂਜੀ, ਸਭ ਕੁਝ ਉਹ ਡਿਟੇਲ ਨੂੰ ਕੱਟਣ ਵਾਸਤੇ ਆਹ ਐਗਰੀਮੈਂਟ ਬਣਾਇਆ ਗਿਆ, ਆਹ ਐਕਟ ਪਾਸ ਕੀਤੀ ਗਈ ਕਿ ਸਿਰਫ ਤੁਹਾਡਾ ਪੈਨ ਕਾਰਡ ਲੱਗੂਗਾ। ਪੈਨ ਕਾਰਡ 'ਚ ਕੀ ਕੁਝ ਨਹੀਂ ਪਤਾ ਚੱਲਦਾ। ਹਾਂਜੀ ਹਾਂਜੀ ਹਾਂਜੀ, ਤੁਹਾਡੇ ਫਾਦਰ ਕੌਣ ਆ, ਤੁਹਾਡਾ ਐਡਰੈਸ ਕੀ, ਪੈਨ ਕਾਰਡ ਕੁਝ ਵੀ ਨਹੀਂ। ਹਾਂਜੀ ਹਾਂਜੀ, ਕੀ ਕੋਈ ਬੰਦਾ ਕਿਸੇ ਦੀ ਪੈਨ ਕਾਰਡ ਡਿਟੇਲ ਕਢਵਾ ਸਕਦਾ? ਨਹੀਂ ਕਢਵਾ ਸਕਦਾ। ਕਿ ਇਹ ਬੰਦਾ ਕੌਣ ਹੈ, ਕੀ ਪੇਪਰ ਲਾ ਕੇ ਪੈਨ ਕਾਰਡ, ਨਾ ਇਨਕਮ ਟੈਕਸ ਦੀ ਡਿਟੇਲ ਨਹੀਂ ਲੈ ਸਕਦਾ ਕੋਈ। ਇਨਕਮ ਟੈਕਸ ਦਾ ਦੇ ਆਧਾਰ ਕਾਰਡ ਨਿਕਲੀ ਆ ਰਿਹਾ, ਪੈਨ ਕਾਰਡ ਦਾ ਕੀ ਪਤਾ? ਹਾਂ, ਥਰਡ ਪਾਰਟੀ ਹੈ ਜੀ। ਹਾਂ, ਫਿਰ ਇਹ ਕਹਿੰਦਾ ਇਲੈਕਟ੍ਰੋਨਿਕ ਰਜਿਸਟ੍ਰੇਸ਼ਨ ਹੋਣੀ ਹੈ। ਆਨਲਾਈਨ। ਹੁਣ ਨੱਥਾ ਸਿਆਂ ਤੇ ਸੰਤਾ ਸਿਆਂ ਕੀ ਪਤਾ ਅੰਗੂਠਾ ਛਾਪ ਨੇ, ਉਹਨਾਂ ਨੂੰ ਕੀ ਪਤਾ ਇਲੈਕਟ੍ਰੋਨਿਕ ਕੀ ਹੈ। ਜਿਹੜੇ ਬੱਚਾ ਮਾੜਾ ਮੋਟਾ ਪੜਾਇਆ ਸੀ ਤਾਂ ਬਾਹਰ ਚਲਾ ਗਿਆ, ਬੱਲੇ ਬੱਲੇ। ਫਿਰ ਕਹਿੰਦੇ ਜਿਹੜਾ ਕਰੂਗਾ ਵਿਦਿਨ ਮੈਕਸਿਮਮ 3 ਡੇਜ਼ ਦੇ ਵਿੱਚ ਕਰੋ। ਓਏ ਐਕਸ਼ਨ, ਕੋਈ ਐਕਸ਼ਨ ਨਾ ਕੀਤੀ ਕਰੂਗੀ ਪੁਲਿਸ ਕਰੂਗੀ। ਫਿਰ ਨੱਥਾ ਸਿੰਘ ਨੇ ਜੰਗਾ ਸਿੰਘ ਹੋਰ ਤੋਂ ਪਹਿਲਾਂ ਬੱਸ ਫੜ ਕੇ ਚੰਡੀਗੜ੍ਹ ਜਾਣ, ਚੰਡੀਗੜ੍ਹ ਜਾ ਕੇ ਉੱਥੇ ਕਹਿਣ ਕਿ ਇਹ ਫਲਾਣੇ ਬੰਦੇ ਨੇ ਸਾਡੇ ਨਾਲ ਗਲਤ ਕਰਤਾ। ਉਹ ਕਹਿਣਗੇ ਪੇਪਰ ਤੂੰ ਪੜ੍ਹੇ ਨਹੀਂ, ਅੰਗਰੇਜ਼ੀ 'ਚ ਹੈਗਾ, ਤੂੰ ਉਹਨੂੰ ਸਾਈਨ ਕਿਵੇਂ ਕਰਦਾ? ਓਏ ਹੋਏ, ਬੜੀ ਵੱਡਾ ਕਾਨੂੰਨ ਆ ਪਈ ਇਹ ਤਾਂ ਹੈ।
ਇਹ ਤਾਂ ਇੱਥੇ ਤਾਂ ਘਰ ਘਰ ਬੇਈਮਾਨ ਬੈਠੇ ਤਾਂ ਵਿਕ ਜਾਂਦਾ ਬੰਦਾ, ਉਹਦੇ ਸਾਈਨ ਕਰਾਉਣਾ ਨੇ ਕਹਿਣਾ ਬਾਊ ਜੀ ਬੰਦਾ ਨਹੀਂ ਲੱਭਿਆ, ਮੈਨੂੰ ਤਾਂ ਕਿਸਾਨ ਨਹੀਂ ਲੱਭਿਆ, ਐਸਡੀਐਮ ਨਹੀਂ ਲੱਭਿਆ। ਉਹ ਬਾਊ ਜੀ ਕਿੱਥੇ ਚੱਲਣੇ ਇੱਦਾਂ ਦੇ ਬੇਈਮਾਨ ਦੇਸ਼ ਦੇ ਵਿੱਚ ਕਾਨੂੰਨ? ਪਹਿਲੇ ਬੰਦੇ ਨੂੰ ਇਮਾਨਦਾਰ ਤਾਂ ਬਣਾ ਲਓ ਤੁਸੀਂ, ਸਕੂਲਾਂ 'ਚ ਪਹਿਲੇ। ਹੁਣ ਤੁਸੀਂ ਗੱਲ ਸਮਝੇ, ਹੁਣ ਤੁਸੀਂ ਗੱਲ ਸਮਝੇ ਭਾਜੀ ਇਹ ਸਾਰੇ ਕਾਨੂੰਨ ਜਿਹੜੇ ਆ ਨਾ ਸਰਕਾਰ ਨੇ, ਦੇਖੋ ਸਰਕਾਰ ਨੇ ਬੜੀ ਮਿਹਨਤ ਕਰਕੇ ਬਣਾਏ ਨੇ। ਸਰਕਾਰ ਨੇ ਆਹ ਜਿਹੜੇ ਕਾਨੂੰਨ ਆ, ਜਿਹਨੇ ਵੀ ਆਹ ਕਾਨੂੰਨ ਬਣਾਇਆ ਸੀ ਨਾ ਸਭ ਤੋਂ ਪਹਿਲਾਂ ਐਗਰੀਮੈਂਟ ਵਾਲਾ, ਇਹ ਪਾਸ ਜਦੋਂ ਹੋਣ ਲੱਗਿਆ ਤੇ ਇੱਕਦਮ ਹੜਕੰਪ ਮਚ ਗਈ। ਕੋਈ ਜਿਹੜੇ ਵੱਡੇ ਵੱਡੇ ਕਾਰਪੋਰੇਟ ਘਰਾਣੇ ਹੁੰਦੇ ਨਾ, ਇਹਨਾਂ ਨੇ ਬਹੁਤ ਕੁਝ ਖਰੀਦਿਆ ਹੁੰਦਾ, ਹਾਂ ਉਹ ਨਾਲ ਹੀ ਖਬਰ ਪਹੁੰਚ ਗਈ ਕਿ ਆਹ ਇੱਕ ਨਵਾਂ ਕਾਨੂੰਨ ਆਉਣ ਲੱਗਿਆ। ਤਾਂ ਉਹ ਕਹਿੰਦੇ ਫਿਰ ਅਸੀਂ ਕਰੀਏ, ਫਿਰ ਕਿਤੇ ਗੱਲਬਾਤ ਹੋਈ ਹੋਣੀ ਆ, ਉਹਨਾਂ ਨੇ ਇਹਨਾਂ ਨੂੰ ਆਹ ਬਸ ਉੱਤੇ ਲਿਖ ਕੇ ਭੇਜ ਦਿੱਤਾ, ਥੱਲੇ ਜੋ ਤੁਹਾਡਾ ਜੀ ਕਰਦਾ ਉਹ ਲਿਖ ਲਓ। ਹਾਂ ਉਹਨਾਂ ਕੋਲ ਅਰਬਾਂ ਰੁਪਏ ਕਰੋੜਾਂ ਰੁਪਏ ਫੀਸ ਲੈਣ ਵਾਲੇ ਵਕੀਲ ਹੁੰਦੇ ਆ। ਬਿਲਕੁਲ ਵੱਡੇ ਹਾਂ, ਉਹਨਾਂ ਨੇ ਕਿਹਾ ਕਿ ਚਲੋ ਸਰਕਾਰ ਸਾਡੀ ਆ। ਉਹ ਕੀ ਕਹਿੰਦੇ ਹੁੰਦੇ ਆ ਕਿ ਚੱਟ ਵੀ ਆਪਣੀ ਪੱਟ ਵੀ ਆਪਣੀ, ਥਾਣੇਦਾਰ ਆਪਣਾ ਹੋਵੇ ਤਾਂ ਡਰ ਕਾਏਗਾ। ਮੈਂ ਕਹਿੰਦਾ ਉਹਨਾਂ ਨੇ ਆਪਣੇ ਵੱਲੋਂ ਜੋ ਜੀ ਕੀਤਾ ਉਹਨੇ ਉਹ ਲਿਖ ਕੇ, ਹਾਂਜੀ, ਮੈਂ ਕਿਹਾ ਲੋ ਫੜੋ ਗਿਆ ਚੱਕ ਬਾਊ ਜੀ 15 ਸਾਲ ਦਾ ਹੈਗਾ ਸਿਲੇਬਸ, ਇਹਦਾ ਵਿੱਚ ਕੀ ਕਰਨਾ? ਕਹਿੰਦਾ ਲੈ ਓਹੋ ਇਹਦਾ ਰਹਿ ਗਿਆ। ਅੱਛਾ, ਕਹਿੰਦਾ ਆ ਵੀ ਲੋ, ਆ ਵੀ ਪਾਸ ਕੀਤਾ, ਲੋ ਜੀ ਸਾਰੇ ਪਾਸ। ਬਾਊ ਜੀ ਸਿਰਫ 15 ਸਾਲ ਦੀ ਗੇਮ ਆ। ਪਹਿਲੀ ਤੋਂ ਤਿੰਨੇ ਜਿਹੜੇ ਆ ਨੇ, ਇੱਕ ਇਮਾਨਦਾਰੀ ਦਾ ਬੱਚਿਆਂ ਨੂੰ ਪਾਠ ਪੜਾਇਆ ਜਾਵੇ ਸਕੂਲੇ, ਇੱਕ ਦੇਸ਼ ਭਗਤੀ ਦਾ ਪੜਾਇਆ ਜਾਵੇ, ਤੇ ਇੱਕ ਜਿਹੜਾ ਆਪਣੇ ਸਮਾਜ ਦੇ ਵਿੱਚ ਜਿਹੜਾ ਪ੍ਰਸ਼ਾਸਨ 3 ਸਿਲੇਬਸ ਲਾਏ ਜਾਣ, ਅੰਗਰੇਜ਼ੀ ਪੰਜਾਬੀ ਬੰਦ ਕੀਤੀ ਜਾਵੇ ਸਕੂਲਾਂ 'ਚ। ਪਹਿਲਾਂ ਗੱਲ ਸੁਣੋ ਮੇਰੀ, ਪਹਿਲੇ ਉਹ ਗੱਲ ਸੁਣੋ। ਸਰਕਾਰ ਕੀ ਕਹਿੰਦੀ ਹੈ? ਕਹਿੰਦੇ ਉੱਤੇ ਨਾ ਚੇਂਜ ਕਰੋ, ਥੱਲੇ ਸਾਰਾ ਕੁਝ ਚੇਂਜ ਕਰ ਦਿਓ। ਹਾਂਜੀ, ਉਹ ਕਹਿੰਦੇ ਸਾਡੀ ਤਾਂ ਫੀਸ ਆਈ ਹੋਈ ਆ। ਹਾਂ, ਸਾਰੇ ਪਹਿਲੇ ਢਿੱਡ ਭਰ ਕੇ ਬੈਠੇ ਨੇ, ਅਸੀਂ ਫਿਰ ਦੁਬਾਰਾ ਨਵਾਂ ਬਣਾਵਾਂਗੇ, ਫਿਰ ਅਸੀਂ ਉਹਨਾਂ ਕੋਲ ਭੇਜਾਂਗੇ, ਉਹਨਾਂ ਦੇ ਵਕੀਲਾਂ ਨੇ ਫਿਰ ਕੁਝ ਬਣਾਉਣਾ, ਫਿਰ ਤੁਸੀਂ ਪ੍ਰੋਟੈਸਟ ਕਰੋਗੇ। ਬਿਲਕੁਲ, ਤੁਸੀਂ ਨਾਮ ਉਹੀ ਰੱਖੋ, ਥੱਲੇ ਚੇਂਜ ਕਰ ਦਿਓ, ਜਿਵੇਂ ਉਹਨਾਂ ਦੇ ਵਕੀਲਾਂ ਨੇ ਬਣਾਤਾ ਮੈਂ ਤੁਹਾਡੇ ਬਣਾਉਣਾ। ਭਾਈ ਜੀ ਬਸ ਕਰੋ, ਸਿਰ ਦੁਖਣ ਲੱਗ ਗਿਆ ਮੇਰੇ। ਹਾਂਜੀ, ਹੋਰ ਦੱਸੋ। ਤੁਹਾਡਾ ਤੱਕ ਤਾਂ ਦੁਖਦਾ ਬਹੁਤ ਆ। ਹਾਂਜੀ, ਇਮਾਨਦਾਰੀ ਤੁਹਾਡੇ ਸਰ ਤੱਕ ਪਹੁੰਚਦੀ ਮਰ ਜਾਂਦੀ ਹੈ। ਇਮਾਨਦਾਰੀ ਤਾਂ ਆਪਣੇ ਗੋਡਿਆਂ 'ਚ ਹੈ। ਜਦੋਂ ਤੁਸੀਂ ਚਾਹੁੰਦੇ ਹੋ ਨਾ ਕਿ ਇੰਪਰੂਵ ਹੋਵੇ, ਉਦੋਂ ਤੁਹਾਨੂੰ ਜਾਣ ਦਾ ਸਮਾਂ ਹੋ ਜਾਂਦਾ। ਜਦੋਂ ਦੇਸ਼ ਵਿੱਚ ਕ੍ਰਾਂਤੀ ਲੈ ਕੇ ਆਉਣੀ ਸੀ, ਉਦੋਂ ਤੁਹਾਨੂੰ ਸੌਣ ਦਾ ਸਮਾਂ ਸੀਗਾ। ਜਦੋਂ ਦੇਸ਼ ਕ੍ਰਾਂਤੀ ਲੈ ਕੇ ਤੁਹਾਨੂੰ ਕਿਤੇ ਜਾਣ ਦਾ ਸਮਾਂ ਲੱਗ ਗਿਆ। ਜਦੋਂ ਤੁਹਾਨੂੰ ਕੁਝ ਕਰਨਾ ਸੀ, ਤੁਹਾਡਾ ਸਿਰ ਦੁਖਣ ਲੱਗ ਗਿਆ। ਇਸ ਕਰਕੇ ਇਹਨੂੰ ਥੋੜਾ ਰੋਕੋ। ਤੁਸੀਂ ਵੀ ਇੱਥੇ ਹੋ, ਮੈਂ ਤੇ ਇੱਕ ਗੱਲ ਕਹਿਣਾ, ਸੋਚ ਬਦਲੋ, ਸਮਾਜ ਬਦਲੇਗਾ। ਹਾਂਜੀ, ਇਹਦੇ 'ਚ ਜਿਹੜੇ ਕਿਸਾਨ ਵਾਲੇ ਆ, ਉਹਨਾਂ ਦੀ ਪ੍ਰੋਬਲਮ ਕੀ ਆ? ਉਹ ਕਿਸਾਨ ਕਹਿੰਦੇ ਜਿਹੜੇ ਪਹਿਲਾਂ ਹੀ ਉਹਨਾਂ ਨੂੰ ਵਿਕੀ ਹੋਈ, ਉਹਨਾਂ ਨੂੰ ਅਸੀਂ ਕੀ ਲਿਖ ਕੇ ਦਈਏ? ਇਹ ਗੱਲ ਰੁਕੀ ਹੋਈ ਹੈ, ਜਿਹਦੇ ਕਰਕੇ ਸਾਰਾ ਪੰਗਾ ਪਿਆ ਵਾ। ਇਹ ਤਾਂ ਸਾਰਾ ਕਾਲਾ ਮਾਲੀ ਹੋਇਆ ਬੈਠਾ ਜਨਾਬ। ਇਹ ਤਾਂ ਤੁਸੀਂ ਕਰ ਰਹੇ ਹੋ ਸ਼੍ਰੀਪਾਲ ਜੀ ਉਹ ਗੱਲ ਜਿਹੜੀ ਇੱਕ ਆਮ ਬੰਦਾ ਵਾ, ਜਿਹੜਾ ਸਵੇਰ ਤੱਕ ਸ਼ਾਮ ਤੱਕ ਇੱਕ ਹੀ ਗੱਲ ਕਹਿੰਦਾ, ਸਰਕਾਰ ਬਕਾਊ ਆਹ ਹੋ ਗਿਆ। ਐਵੇਂ ਕਰਨ ਨਾਲ ਕਿਵੇਂ ਚੱਲੂਗਾ? ਸੋਚੋ, ਇੱਕ ਘਰ ਦੇ ਵਿੱਚ 2 ਬੰਦੇ ਆ, ਹਾਂਜੀ, ਉਹਦੇ ਅੰਦਰ 10 ਜੀ ਨੇ, ਕੋਈ ਬੱਚੇ ਨੇ, ਕੋਈ ਲੇਡੀਜ਼ ਨੇ। ਉਹ ਜਿਹੜੇ 2 ਬੰਦੇ ਨੇ, ਇੱਕ ਵੱਡਾ ਭਰਾ ਵਾ, ਇੱਕ ਛੋਟਾ ਭਰਾ ਵਾ। ਘਰ ਦੇ ਵਿੱਚ ਪੈਸੇ ਕਮਾਉਣ ਵਾਲੇ 2 ਨੇ। ਜੇ ਉਹਨਾਂ ਨੇ ਕੋਈ ਗੱਲ ਕਰਨੀ, ਉਹਨੇ ਆਪਸੀ ਸਹਿਮਤੀ ਨਹੀਂ ਹੋਈ, ਜਿਹੜੇ ਬਾਕੀ 8 ਨੇ, ਕਿ ਉਹ ਟੀਮਾਂ ਬਣਾ ਕੇ ਇੱਕ ਦੂਜੇ ਦੇ ਇੱਟ ਪੱਥਰ ਮਾਰਨ, ਕਿ ਬਹਿ ਕੇ ਸਲਾਹ ਕਰਨ? ਦੇਖੋ ਜਨਾਬ, ਪਹਿਲੇ ਬਹੁਤ ਸਾਰੇ ਹਾਈ ਕੋਰਟ ਦੇ, ਸੁਪਰੀਮ ਕੋਰਟ 'ਚ ਕਾਨੂੰਨ ਬਣ ਚੁੱਕੇ ਨੇ। ਮੈਂ ਇੱਕ ਗੱਲ ਕਰਾਂਗਾ, ਦੁਬਾਰਾ ਦੂਜੀ ਗੱਲ ਨਹੀਂ ਕਰਾਂਗਾ। ਅੱਜ ਤੱਕ ਕੋਈ ਕਾਨੂੰਨ ਇੱਥੇ ਲਾਗੂ ਨਹੀਂ ਹੋਇਆ ਹੈਗਾ, ਕਿਸੇ ਨੂੰ ਇੱਥੇ ਨਿਆਂ ਨਹੀਂ ਮਿਲਦਾ ਹੈਗਾ। ਆਹ ਕਾਗਜ਼ਾਂ ਜੋ ਕੁਝ ਲਿਖਿਆ ਹੋਇਆ, ਇਹ ਕਾਗਜ਼ਾਂ 'ਚ ਰਹਿ ਜਾਣਾ ਹੈਗਾ। ਕਿਹੜਾ ਕਾਨੂੰਨ ਬਣਿਆ ਤੇ ਨਿਆਂ ਨਹੀਂ ਮਿਲਦਾ? ਭਾਈ ਹਰ ਚੀਜ਼ ਦਾ, ਕੋਈ ਬੰਦੇ ਦੀ ਕੋਈ ਚੀਜ਼, ਕੋਈ ਰਾਸਤੇ 'ਚ ਖੋਲ੍ਹਣ ਦਾ ਵਾ, ਮੋਬਾਈਲ ਖੋਲ੍ਹਣ ਦਾ, ਸਕੂਟਰ ਖੋਲ੍ਹਣ ਦਾ, ਕਦੇ ਕਿਸੇ ਨੂੰ ਮਿਲਿਆ ਹੈਗਾ? ਜੇ ਮਿਲਿਆ ਵੀ ਤਾਂ ਟੁੱਟਿਆ ਭੱਜਿਆ ਮਿਲਦਾ। ਬਾਹਰ ਦੇਖੋ 200 ਜੇ ਟੁੱਟਿਆ ਭੱਜਿਆ ਹੀ ਮਿਲਦਾ ਜਨਾਬ। ਬਿਲਕੁਲ ਨਹੀਂ, ਹਾਂ, ਸਹੂਲਤਾਂ ਨਹੀਂ ਮਿਲਦਾ ਹੈਗਾ। ਮੈਂ ਖੁਦ ਮੇਰੇ ਸਾਹਮਣੇ ਵਾਪਸ ਹੋਇਆ ਵਾ ਮੋਬਾਈਲ, ਬਿਲਕੁਲ ਸਾਫ਼ ਸੁਥਰੀ। 10,000 ਬੰਦੇ 'ਚ 2,000 ਨੂੰ ਦੇ ਵੀ ਦਿੱਤਾ ਨਾ, ਕੋਈ ਗੱਲ ਨਹੀਂ ਬਣਦੀ ਹੈਗੀ। ਚੋਰੀ ਉਹਦੇ ਕੋਲ ਕਿਹੜਾ ਦਾ ਬਿੱਲ ਸੀਗਾ, ਉਹਨੇ 2 ਨੰਬਰ ਦਾ ਲੈ ਕੇ ਆਇਆ ਸੀ। ਪਰ ਸਹੀ ਸਾਰਾ ਦੇਸ਼ ਹੀ 2 ਨੰਬਰ ਦਾ। ਨਹੀਂ, ਉਹ ਤਾਂ ਫਿਰ ਜਨਤਾ ਦੀ ਗਲਤੀ ਹੈ ਨਾ। ਤੁਸੀਂ ਮੈਨੂੰ ਇੱਕ ਗੱਲ ਦੱਸੋ, ਕਿੰਨੀ ਵਾਰ ਸਨੈਚਿੰਗ ਹੋਈ ਆ? ਸਨੈਚਰ ਜੇ ਫੜੇ ਗਏ, ਕਿਸੇ ਨੇ ਥਾਣੇ ਜਾ ਕੇ ਵੀ ਰਿਪੋਰਟ ਲਿਖਾਈ? ਉਹ ਬਾਈ ਕਿੱਥੇ ਲਿਖਾਣਗੇ? ਸਵੇਰੇ ਆਈਓ, ਸ਼ਾਮ ਨੂੰ ਆਈਓ, ਤੁਸੀਂ ਉਹ ਤੇ ਲਿਖਦਾ ਕੋਈ, ਕਹਿੰਦਾ ਸਾਡਾ ਜਾਣੀ ਕਿ ਰਿਕਾਰਡ ਖਰਾਬ ਹੁੰਦਾ, ਰਿਕਾਰਡ ਖਰਾਬ ਹੁੰਦਾ ਥਾਣੇ ਦਾ। ਐ ਤੁਰਦੇ ਹੁੰਦੇ ਐ ਬਾਹਰ ਹੀ। ਉਹ ਕਹਿੰਦੇ ਲੈ ਗਿਆ ਤੇ ਲੈ ਗਿਆ, 11,000 ਰੁਪਏ ਦਾ, 14,000 ਦਾ ਮੋਬਾਈਲ ਯਾਰ ਲੈ ਗਿਆ ਤੇ ਲੈ ਗਿਆ। ਹੁਣ ਕਰੇ ਬੰਦਾ ਕੀ ਕਰੇ? ਫਿਰ ਹੈ ਉੱਥੇ ਥਾਣੇ ਜਾਵਾਂਗੇ, ਹੈ ਉੱਥੇ ਬੈਠਾਂਗੇ, ਉਹਨੇ 2 ਬੰਦੇ ਹੋਰ ਲੈ ਕੇ ਆ। ਇਸਨੇ ਵੱਧ ਦਾ ਕਹਿਣਾ ਜੀ ਤੁਹਾਡੇ ਕੋਲ ਬਿੱਲ ਆ, ਉਹ ਲੈ ਕੇ ਆਓ। ਜੇ ਉੱਥੇ ਕੋਈ CCTV ਉਹ ਹੈਗੀ, ਉਹ ਲੈ ਕੇ ਆਓ। ਥਾਣੇ 'ਚ ਬੰਦੇ 20 ਆ, 25 ਆ, 30 ਆ, ਹੈ ਏਰੀਆ ਦੇ ਅੰਦਰ 2-2.5 ਲੱਖ ਬੰਦਾ। ਭਾਈ ਫਿਰ ਕਾਨੂੰਨ ਕਿੱਥੋਂ ਲਾਗੂ ਕਰ ਲੈਣਗੇ? ਇੰਨਾ ਬੜਾ ਕਾਗਜ਼ ਜਿਹੜੇ ਭਰੇ ਹੋਏ ਨੇ, ਤਾਂ ਤੁਸੀਂ 4 ਕਾਗਜ਼ ਦਿਖਾਏ ਨੇ। ਸੁਪਰੀਮ ਕੋਰਟ ਨੇ ਕੀ ਕਾਨੂੰਨਾਂ ਤੇ ਰੋਕ ਲਾਈ ਹੈ ਕਿ ਨਹੀਂ ਲਾਈ? ਦੱਸੋ। ਲਾਤੀ ਤੇ ਕਮੇਟੀ ਬਿਠਾਤੀ, ਅਮੈਂਡਮੈਂਟ ਹੋ, ਉਹ ਕਮੇਟੀ ਬਿਠਾਤੀ। ਹਾਂਜੀ, ਐਵੇਂ ਕਿਉਂ ਤੁਸੀਂ ਆਮ ਬੰਦੇ ਵਾਂਗੂ ਕਰੀ ਜਾਂਦੇ ਹੋ? ਇਹੀ ਤਾਂ ਆਮ ਬੰਦੇ ਨੂੰ ਕਹਿਣਾ ਕਿ ਉੱਠੋ, ਜਾਗੋ, ਜੇ ਐਵੇਂ ਰੋਣਾ ਪੀਣਾ ਤੇ ਜਾਓ, ਜਾ ਕੇ ਕਿਤੇ ਜੰਗਲਾਂ 'ਚ ਬਹਿ ਜਾਓ। ਕਿਉਂ ਗਰੇਵਾਲ ਜੀ ਦੱਸਿਆ ਜੇ ਕਾਨੂੰਨ ਜੇ ਹੈਗੇ ਆ ਜਿਹੜੇ ਲਾਗੂ ਤਾਂ ਹੋ ਰਹੇ ਨੇ, ਇਹ ਕਨਫਿਊਜ਼ਨ ਸਾਰਿਆਂ ਦੇ ਵਿੱਚ ਹੈਗੇ ਆ। ਗੱਲ ਆ ਵਾ ਕਿ ਕੱਲੇ ਕਾਨੂੰਨ ਦੇ ਵਿੱਚ ਚੰਗਾ, ਦੇਖੋ ਤੁਹਾਨੂੰ ਦੱਸਿਆ ਕਿ ਚੰਗਾ ਜ਼ਰੂਰ ਸੀ, ਲੇਕਿਨ ਉਹਦੇ ਅੰਦਰ ਇਹੋ ਜਿਹੀ ਚੀਜ਼ਾਂ ਪਾ ਦਿੱਤੀਆਂ ਗਈਆਂ ਕਿ ਉਹਦੀ ਚੰਗਾਈ ਬਿਲਕੁਲ ਖਤਮ ਕਰਤੀ। ਕਿ ਸਾਡੀ ਕੁੜੀ ਦੇ ਅੰਦਰ, ਸਾਡੇ ਮੁੰਡੇ ਅੰਦਰ
ਕਮੀ ਕੋਈ ਨਹੀਂ, ਬਸ ਜਦੋਂ ਗੱਲ ਕਰਦਾ ਵਾ ਉਹਦੀ ਆਵਾਜ਼ ਸਾਫ਼ ਨਹੀਂ ਆਉਂਦੀ। ਇੱਕ ਉਹਦੀ ਲੱਤ ਜਿਹੜੀ ਆ ਉਹ ਟੁੱਟ ਗਈ ਆ, ਉਹਦੀ ਜਿਹੜੀ ਦੋਨੋਂ ਉਂਗਲੀਆਂ ਨੇ ਹੱਥਾਂ ਦੀਆਂ ਉਹ ਕਿਤੇ ਕ੍ਰਸ਼ਰ 'ਚ ਆ ਗਈਆਂ ਸੀ। ਉਹ ਨਹੀਂ ਹੈਗਾ, ਕੁੜੀ ਸਾਡੀ ਕਿਸੇ ਵੱਲੋਂ ਮਾੜੀ ਨਹੀਂ, ਮੁੰਡਾ ਸਾਡਾ ਕਿਸੇ ਵੱਲੋਂ ਮਾੜਾ ਨਹੀਂ। ਦਾਰੂ ਪੀਂਦਾ ਰਾਤ ਨੂੰ ਕਰਕੇ ਜੇ ਬੋਤਲ ਪਾਉਣੀ ਪੀ ਵੀ ਜਾਂਦਾ ਫਿਰ ਕੀ ਹੁੰਦਾ, ਵਿਚਾਰੇ ਉਹ ਹੱਥ ਪੈਰ ਕਿਹੜਾ ਇਹਦੇ ਹੈਗੇ ਆ ਹੈ। ਜੇ ਨਸ਼ਾ ਨੁਸ਼ਾ ਕਰ ਲੈਂਦਾ ਫਿਰ ਕੀ ਹੋ ਗਿਆ, ਸਾਰੇ ਹੀ ਕਰਦੇ ਆ ਜੀ। ਹਾਂ ਕਰਦੇ ਹੈਗੇ ਆ ਜਾਨੀ ਕਿ ਕਹਿਣ ਦਾ ਮਤਲਬ ਆ ਆਪਾਂ ਹੀ ਬੁਰਾ ਨਹੀਂ ਹੈਗਾ। ਹਾਂ ਬੁਰਾ ਨਹੀਂ ਹੈਗਾ ਕਾਨੂੰਨ, ਬੁਰਾ ਨਹੀਂ ਹੈਗਾ। ਇਹ ਤਾਂ ਮੈਨੂੰ ਯਾਦ ਆ ਕਿ ਅਮਿਤਾਭ ਬੱਚਨ ਦੀ ਸ਼ੋਲੇ ਫਿਲਮ 'ਚ ਹਾਂ ਇਹ ਕਾਨੂੰਨ ਹੈਗਾ, ਧਰਮਿੰਦਰ ਵਾਂਗੂ ਚੜੇ ਹੁੰਦੇ ਟੈਂਕੀ ਤੇ ਹੈ ਤੇ ਥੱਲੇ ਬੀਜੇਪੀ ਲਾ ਲਓ ਅਮਿਤਾਭ ਬੱਚਨ ਨਾ, ਤੇ ਜਿਹੜੀ ਮਾਸੀ ਆ ਉਹ ਹੈਗੇ ਫਾਰਮਰ। कह देखिए बुरा तो इसमें कुछ नहीं है, थोड़ा बहुत जनानी के पास जाता है, थोड़ा बहुत कहता बेटा एक बात समझ गया कि है तो तेरी पक्की दोस्ती। ਤਾਂ ਕਰਕੇ ਤੁਸੀਂ ਆਪਣੇ ਆਪ ਇਮੇਜਿਨ ਕਰ ਲਓ, ਅਮਿਤਾਭ ਬੱਚਨ ਬੀਜੇਪੀ ਆ, ਹਾਂਜੀ ਮੌਸੀ ਵਿਚਾਰੇ ਫਾਰਮਰ ਨੇ ਹੈ, ਬਸੰਤੀ ਹੈਗੀ ਆ ਕੀ ਕਹਿੰਦੇ ਆ ਸਟੇਟ ਗਵਰਨਮੈਂਟ ਲਾ ਲਓ ਜੀਨਸ ਆ, ਠੀਕ ਹੈ ਨਾ। ਤੇ ਜਿਹੜੇ ਅੰਬਾਨੀ ਹੁਣੀ ਆ ਉਹ ਹੈਗਾ ਗੱਬਰ ਸਿੰਘ ਐਂਡ ਪਾਰਟੀ, ਠੀਕ ਹੈ। ਜਿਹੜਾ ਠਾਕੁਰ ਆ ਉਹ ਹੁਣ ਹੈਗਾ ਆਪਣੀ ਸੋਚ ਕਿ ਉਹ ਹੁਣ ਰੋਕ ਕੇ ਕੁਝ ਕਰੇ, ਠੀਕ ਹੈ ਨਾ। ਨਹੀਂ ਤਾਂ ਜਿਹੜਾ ਆਪਣੇ ਆਹ ਕਾਨੂੰਨ ਆ ਧਰਮਿੰਦਰ ਨੂੰ ਕੋਈ ਸ਼ਰਾਬ ਪੀ ਕੇ ਉਹਦਾ ਟੈਂਕੀ ਚੜਿਆ ਹੋਇਆ, ਬਸ ਮੈਨੂੰ ਤਾਂ ਜੀ ਖੇਤੀ ਦੋ ਨਹੀਂ ਤਾਂ ਮੈਂ ਮਰ ਜਾਊਂਗਾ, ਮੈਨੂੰ ਖੇਤੀ ਦੋ ਮਰ ਜਾਊਂਗਾ। ਉਹ ਚਲੋ ਜਨਾਬ ਬਸ ਕਰੋ, ਬਾਕੀ ਅਸੀਂ ਲੋਕਾਂ ਤੇ ਛੱਡਿਆ, ਤੁਸੀਂ ਆਪ ਸੋਚ ਲਓ ਅਸੀਂ ਕੀ ਕਰਨਾ, ਛੱਡਿਆ ਲੋਕਾਂ ਦੇ ਛੱਡਿਆ, ਸਮਝ ਆਈ ਕਿ ਨਹੀਂ ਆਈ, ਸਭ ਕੁਝ ਆ। ਇਹਦੇ ਪਿੱਛੇ ਬਹੁਤ ਕੁਰਬਾਨੀਆਂ ਹੋਈਆਂ, ਬਹੁਤ ਦੁੱਖ ਤਕਲੀਫਾਂ ਨੇ ਚੱਲਦੀ ਜਾ ਰਹੀਆਂ ਨੇ। ਕੀ ਯਕੀਨ ਨਹੀਂ ਹੈਗਾ ਇਹਦੇ ਬਾਰੇ ਸੋਚੋ ਬਸ। ਇਹ ਹੁਣ ਤੁਸੀਂ ਆਪ ਸੋਚੋ, ਜਿਹੜੀ ਆਮ ਜਨਤਾ ਕਹਿੰਦੀ ਹੈ ਕਿ ਆ ਕਾਨੂੰਨ ਠੀਕ ਆ ਜਾਂ ਪਰੇਸ਼ਾਨ ਹੋ ਆਪ ਦੇਖ ਲਓ, ਤੁਸੀਂ ਪੜ੍ਹ ਲਓ, ਖੋਲ ਕੇ ਇੰਟਰਨੈਟ ਤੋਂ ਕੱਢੋ ਤੇ ਪੜ੍ਹ ਲਓ ਹਾਂ ਸਾਰੇ ਕਾਨੂੰਨ ਇੰਟਰਨੈਟ ਤੇ ਲੱਭੋ। ਤਾਂ ਕਰ ਲਓ, ਅਸੀਂ ਵੀ ਇੰਟਰਨੈਟ ਤੋਂ ਕੱਢੇ ਆਏ, ਦੱਸ ਦਿਓ ਕਿੱਥੋਂ ਕੱਢੇ ਸੀ। ਇਹਦੇ ਚ ਗੱਲ ਇੰਟਰਨੈਟ ਤੋਂ ਨਿਕਲਦਾ, ਇਹਦੇ ਚ ਇੱਕ ਸੈਕਸ਼ਨ 9 ਦਿੱਤਾ ਗਿਆ ਸੀ, ਉਹਦੇ ਚ ਮੈਂ ਕੱਲ ਦੇਖ ਰਿਹਾ ਸੀ, ਦੇਖੋ ਜੀ ਸੈਕਸ਼ਨ 9 में साफ लिखा गया है, बंदा कह रहा ਸੀ ਹਾਂਜੀ A farming agreement may be linked with insurance or credit instrument under any scheme of the central government or the state government or any financial service provider to ensure risk mitigation and flow of credit to farmer or sponsor or both। ਫਿਰ ਇਹਦੇ ਵਿੱਚ ਮਤਲਬ ਕੀ ਹੈ? ਇਹਦਾ ਮਤਲਬ ਆਹੀ ਆ ਕਿ ਉਹ ਜ਼ਮੀਨ ਤੇ ਲੋਨ ਲਿੱਤਾ ਜਾ ਸਕਦਾ, ਕਿਉਂਕਿ ਖੇਤ ਜ਼ਿਮੀਂਦਾਰ ਕੋਲ ਜ਼ਮੀਨ ਹੀ ਹੈ ਨਾ ਰੱਖਣ ਨੂੰ। ਚਲੋ ਜਨਾਬ ਬਹੁਤ ਬਹੁਤ ਧੰਨਵਾਦ ਤੁਹਾਡਾ, ਤੀਰਥ ਗਰੇਵਾਲ ਜੀ। ਧੰਨਵਾਦ ਤੁਹਾਡਾ ਸ਼੍ਰੀਪਾਲ ਜੀ, ਧੰਨਵਾਦ ਸਾਰੇ ਸਰੋਤਿਆਂ ਦਾ, ਧੰਨਵਾਦ ਜੀ।